ਆਪਾਂ ਪਵਿੱਤਰ ਬਾਈਬਲ ਦੇ ਵਿੱਚ ਦੇਖਦੇ ਹਾਂ ਜਦੋਂ ਇੱਕ ਜਗ੍ਹਾ ਤੇ ਅਕਾਲ ਪਿਆ ਹੋਇਆ ਆ, ਕਰਸ ਆਇਆ ਹੋਇਆ ਆ ਪਰਮੇਸ਼ਵਰ ਦਾ ਉਸ ਜਗ੍ਹਾ ਤੇ ਉੱਤੋਂ ਵੈਰੀਆਂ ਨੇ ਡੇਰੇ ਲਾ ਲਏ ਬਾਹਰ ਆਣ ਕੇ ਉਸ ਸ਼ਹਿਰ ਪਨਾਹ ਦੇ। ਤੇ ਉੱਥੇ 3 ਕੋੜੇ ਵੀ ਹੈਗੇ ਆ ਤੇ ਉਹ ਆਣ ਕੇ ਕਹਿੰਦੇ ਵੀ ਇੱਕ ਦੂਜੇ ਨਾਲ ਗੱਲਾਂ ਕਰਦੇ ਆ ਫਾਟਕ ਤੇ ਬੈਠੇ, ਬਈ ਜਾਂ ਤਾਂ ਆਪਾਂ ਭੁੱਖੇ ਮਰ ਜੀਏ ਇੱਥੇ ਬੈਠੇ ਬੈਠੇ, ਨਹੀਂ ਤੇ ਫੇਰ ਆਪਾਂ ਉੱਠ ਕੇ ਜਾ ਕੇ ਦੇਖੀਏ ਦੂਜੇ ਪਾਸੇ ਜਿੱਥੇ ਬੈਰੀ ਦੇ ਡੇਰੇ ਲੱਗੇ, ਕੀ ਪਤਾ ਕੁਝ ਖਾਣ ਨੂੰ ਲੱਭ ਪਵੇ। ਤੇ ਉਹ ਡਿਸਾਈਡ ਕਰਦੇ ਆ ਵੀ ਆਪਾਂ ਨੂੰ ਇੱਥੋਂ ਹਿੱਲਣਾ ਚਾਹੀਦਾ ਆ। ਤੇ ਉਹ ਇਦਾਂ ਵੀ ਸੋਚਦੇ ਵੀ ਕਿਤੇ ਉਹ ਫੜ ਕੇ ਮਾਰ ਹੀ ਨਾ ਦੇਣ। ਫਿਰ ਉਹ ਇਦਾਂ ਸੋਚਦੇ ਵੀ ਮਰਨਾ ਤਾਂ ਹੈਗਾ ਹੀ ਆ, ਚਾਹੇ ਭੁੱਖ ਨਾਲ ਮਰ ਜਾਈਏ ਚਾਹੇ ਵੈਰੀ ਕੋਲੋਂ ਮਰ ਜਾਈਏ, ਪਰ ਹਿੱਲ ਜੁਲ ਕਰਨੀ ਚਾਹੀਦੀ ਆ। ਤੇ ਵਚਨ ਵਿੱਚ ਲਿਖਿਆ ਜਦੋਂ ਉਹ ਤੁਰ ਕੇ ਉਧਰ ਨੂੰ ਜਾਂਦੇ ਆ ਦੂਜੇ ਪਾਸੇ ਨੂੰ, ਤੇ ਉਹਨਾਂ ਦੀ ਪੈਰਾਂ ਦੀ ਆਵਾਜ਼ ਪਰਮੇਸ਼ਵਰ ਨੇ ਇਦਾਂ ਦੀ ਕਰ ਦਿੱਤੀ ਕਿ ਵੈਰੀਆਂ ਨੂੰ ਲੱਗਾ ਜਿੱਦਾਂ ਘੋੜ ਚੜਿਆਂ ਦੀ ਫੌਜ ਆ ਗਈ ਆ। ਇਦਾਂ ਵੈਰੀ ਨੂੰ ਲੱਗਿਆ ਵੀ ਜਿੱਦਾਂ ਬਹੁਤ ਵੱਡੀ ਸੈਨਾ ਉਹਨਾਂ ਦੇ ਉੱਤੇ ਹਮਲਾ ਕਰਨ ਨੂੰ ਤੁਰ ਪਈ ਆ। ਤੇ ਜਦੋਂ ਉਧਰ ਨੂੰ ਉਹ ਗਏ ਤੇ ਵੈਰੀ ਆਪਣੇ ਤੰਬੂ ਛੱਡ ਕੇ ਭੱਜ ਗਏ, ਆਪਣਾ ਸਾਰਾ ਮਾਲ ਮਤਾ ਛੱਡ ਕੇ ਭੱਜ ਗਏ ਉੱਥੇ। ਔਰ ਵਚਨ ਦੇ ਵਿੱਚ ਲਿਖਿਆ ਕਿ ਵੈਰੀ ਦੀ ਲੁੱਟ ਜਿਹੜੀ ਆ ਉਹ ਇੰਨੀ ਸੀ ਕਈ ਦਿਨਾਂ ਤੱਕ ਢਾਉਂਦੇ ਰਹੇ। ਹਾਲੇਲੂਇਆ। ਜਦੋਂ ਅਸੀਂ ਥੋੜੇ ਜਿਹੇ ਭਾਵੇਂ ਹੋਈਏ, ਸਾਡੀ ਆਵਾਜ਼ ਨੂੰ ਪਰਮੇਸ਼ਵਰ ਨੇ ਬੁਲੰਦ ਕਰ ਦੇਣਾ ਆ ਤੇ ਆਪਾਂ ਫਿਰ ਵੈਰੀ ਦੀ ਲੁੱਟ ਖਾ ਲੈਣੀ ਆ। ਹਾਲੇਲੂਇਆ। ਵੈਰੀ ਤੋਂ ਕੁੱਟ ਨਹੀਂ ਖਾਣੀ, ਵੈਰੀ ਦੀ ਲੁੱਟ ਖਾਣੀ ਆ। ਵੈਰੀ ਤੋਂ ਚੀਜ਼ਾਂ ਜਿਹੜੀਆਂ ਵੈਰੀ ਨੇ ਸਾਡੀਆਂ ਖੋਈਆਂ ਆ ਤੇ ਜਿਹੜੀਆਂ ਉਹਨੇ ਜਮ੍ਹਾਂ ਕੀਤੀਆਂ ਆ ਤੇ ਅਸੀਂ ਫਿਰ ਉਹਦੇ ਤੋਂ ਖੋ ਲੈਣੀਆਂ। ਔਰ ਇੰਨੀਆਂ ਹੋਣੀਆਂ, ਵਚਨ 'ਚ ਲਿਖਿਆ 7 ਗੁਣਾ ਹਰਜਾਨਾ ਭਰਨਾ ਵੈਰੀ ਨੇ। ਹਾਲੇਲੂਇਆ। ਉਹ 7 ਟਾਈਮਸ ਹੋਣੀਆਂ ਆ ਤੇ ਵੈਰੀ ਨੇ ਸਾਰੀਆਂ ਹੀ ਚੰਗੀਆਂ ਚੀਜ਼ਾਂ ਛੱਡ ਕੇ ਭੱਜ ਜਾਣਾ ਆ। ਇਸ ਲਈ ਇਦਾਂ ਬੱਜੇ ਬੱਜੇ ਨਹੀਂ ਰਹਿਣਾ, ਹਿੱਲ ਜੁਲ ਹੋਣੀ ਬਹੁਤ ਜ਼ਰੂਰੀ ਆ। ਇਦਾਂ ਨਹੀਂ ਵੀ ਅਸੀਂ ਤਾਂ ਹੁਣ ਕੀ ਕਰੀਏ, ਠੰਡ ਆ, ਹੱਥ ਕਿੱਦਾਂ ਕੱਢੀਏ, ਤਾੜੀਆਂ ਕਿੱਦਾਂ ਮਾਰੀਏ, ਸੱਟਾਂ ਪੈਣੀਆਂ ਹੱਥਾਂ ਨੂੰ, ਹੱਥ ਠਰੇ ਆ, ਉਂਗਲਾਂ ਦੁਖੂਗੀਆਂ, ਗਲਾ ਖਰਾਬ ਆ, ਉੱਥੂ ਲੱਗੇ ਆ। ਕੁਛ ਨਹੀਂ ਹੋਇਆ ਤੁਹਾਨੂੰ, ਤੁਸੀਂ ਐਨ ਤੰਦਰੁਸਤ ਆ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ। ਕਿਤੇ ਨਹੀਂ ਤੁਹਾਨੂੰ ਠੰਡ ਲੱਗਦੀ, ਤੁਸੀਂ ਐਨ ਗਰਮ ਆ ਆਤਮਾ ਦੇ ਵਿੱਚ। ਹਾਲੇਲੂਇਆ। ਤੁਸੀਂ ਤਾਂ ਜਦੋਂ ਗੇਟ ਤੋਂ ਐਂਟਰ ਕਰਦੇ ਵੈਰੀ ਨੂੰ ਤਾਂ ਉਦੋਂ ਹੀ ਭੱਜਣਾ ਪੈ ਜਾਂਦੀਆਂ ਆ, ਉਹ ਤਾਂ ਉਦੋਂ ਹੀ ਭੱਜਣਾ ਸ਼ੁਰੂ ਕਰਦਾ। ਤੁਸੀਂ ਤਾਂ ਆਣ ਕੇ ਉਹਦੀ ਲੁੱਟ ਇਕੱਠੀ ਕਰਨੀ ਆ। ਹਾਲੇਲੂਇਆ। ਅੱਜ ਤੁਸੀਂ ਪਰਮੇਸ਼ਵਰ ਜੀ ਦੇ ਨਾਲ ਪ੍ਰੋਮਿਸ ਕਰਕੇ ਜਾਣਾ ਆ ਔਰ ਆਪਣੇ ਦਲਿੱਦਰ ਨੂੰ ਲਾ ਕੇ ਜਾਇਓ, ਇੱਥੋਂ ਆਪੇ ਇਕੱਠਾ ਕਰ ਦੇਣਾ ਪਾਗਰੂ ਨੇ। ਤੁਸੀਂ ਐ ਨਾ ਸੋਚੋ ਵੀ ਜੇ ਅਸੀਂ ਇੱਥੇ ਲਾ ਗਏ ਜਿਹੜੇ ਮਗਰੋਂ ਆਉਣਗੇ ਉਹਨਾਂ ਨੂੰ ਸਾਡਾ ਦਲਿੱਦਰ ਚੁੰਬੜ ਜਾਣਾ। ਇੱਥੇ ਅੱਗ ਬਲਦੀ ਆ, ਜਿੱਦਾਂ ਜਿੱਦਾਂ ਤੁਸੀਂ ਲਾਈ ਜਾਣਾ ਉਹ ਸੜਦਾ ਜਾਣਾ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ। ਇੱਥੇ ਪਾਗਰੂ ਦੀ ਅੱਗ ਲੱਗੀ ਹੋਈ ਆ। ਇਸ ਲਈ ਆਪਣੇ ਦੁੱਖ, ਦਲਿੱਦਰ, ਉਦਾਸੀਆਂ, ਚਿੰਤਾ, ਬੋਝ ਸਭ ਲਾ ਕੇ ਸਿੱਟ ਦਿਆ ਕਰੋ, ਕਿਉਂਕਿ ਇਹ ਉਹ ਜਗਵੇਦੀ ਆ ਜਿਹਦੀ ਅੱਗ ਬੁਝਦੀ ਨਹੀਂ ਆ। ਹਾਲੇਲੂਇਆ। ਵਚਨ ਦੇ ਵਿੱਚ ਏਦਾਂ ਲਿਖਿਆ, ਕਹਿੰਦਾ ਢਿੱਲੇ ਹੱਥ ਤੇ ਭਿੜਦੇ ਗੋਡੇ ਮੈਨੂੰ ਪਸੰਦ ਨਹੀਂ ਆ। ਸੋ ਪਰਮੇਸ਼ਵਰ ਨੂੰ ਆਲਸੀ ਤੇ ਦਲਿੱਦਰੀ ਲੋਕ ਭੋਰਾ ਹੀ ਪਸੰਦ ਨਹੀਂ ਆ। ਤੇ ਜੇ ਪਰਮੇਸ਼ਵਰ ਨੂੰ ਆਲਸੀ ਤੇ ਦਲਿੱਦਰੀ ਪਸੰਦ ਨਹੀਂ, ਫਿਰ ਆਲਸੀ ਤੇ ਦਲਿੱਦਰੀ ਨੂੰ ਬਰਕਤ ਵੀ ਨਹੀਂ ਮਿਲਣੀ। ਇਸ ਲਈ ਹੁਣ ਆਲਸ ਤੇ ਦਲਿੱਦਰ ਦੇ ਵਰੇ ਖਤਮ, ਆਲਸ ਤੇ ਦਲਿੱਦਰ ਦਾ ਟਾਈਮ ਓਵਰ। ਹੁਣ ਸਮਾਂ ਆ ਗਿਆ ਕਿ ਤੁਸੀਂ ਫੁਰਤੀ ਨੂੰ ਪਹਿਨ ਲਵੋ। ਹਾਲੇਲੂਇਆ। ਹੁਣ ਤੁਸੀਂ ਫੁਰਤੀਲੇ ਹੋਵੋ, ਹੁਣ ਤੁਸੀਂ ਕੰਮ ਕਰਨ ਨੂੰ ਕਾਲੇ ਹੋਵੋ। ਬਸ ਸਲੋ ਇੱਕੋ ਕੰਮ 'ਚ ਹੋਣਾ, ਬੋਲਣ ਨੂੰ, ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚ ਕਾਲੇ ਹੋਣਾ। ਹੁਣ ਜਾ ਕੇ ਆਡਾ ਨਾ ਕਿਸੇ ਨਾਲ ਲਾ ਕੇ ਬਹਿ ਜਿਓ ਵੀ ਪਾਸਟਰਨੀ ਨੇ ਕਿਹਾ ਸੀਗਾ ਵੀ ਬਾਕੀ ਸਾਰੇ ਕੰਮਾਂ 'ਚ ਕਾਲੇ ਹੋ ਜਿਓ। ਮੂੰਹ ਨਾਲ ਨਹੀਂ, ਹੱਥਾਂ ਨਾਲ ਉਰੇ ਆ, ਤੈਨੂੰ ਦੱਸਾਂ ਪਤਾ ਵੀ ਕਾਲੀ ਕਾਲੀ ਅੱਗੇ ਤਾਂ ਇੱਕ ਮਾਰਦਾ ਸੀ, ਹੁਣ ਤਾੜ 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 ਮਾਰਨੀਆਂ ਆ। ਮੈਂ ਕਹਿੰਦੀ ਹੱਥਾਂ ਨਾਲ ਕਾਤੇ, ਗੋਡਾ ਵੀ ਫੇਰੋ ਪਰ ਵੈਰੀ ਦੀਆਂ ਚਾਲਾਂ ਤੇ ਕੁੱਟਣਾ ਆ। ਵੈਰੀ ਨੂੰ ਕੁੱਟੋ, ਉਹ ਤੋਂ ਤਾਂ ਡਰ ਜਾਂਦੇ ਆ ਕਈ, ਉਹਨੂੰ ਵੀ ਜੀ ਕਰਕੇ ਗੱਲਾਂ ਕਰਦੇ ਆ। ਕਈ ਆਣ ਕੇ ਸਾਡੇ ਨਾਲ ਗੱਲਾਂ ਕਰਨਗੇ, ਪਾਸਟਰ ਜੀ ਅਸੀਂ ਪਤਾ ਅਸੀਂ ਨਹੀਂ ਵੈਰੀ ਨੂੰ ਝੜਕਣਾ, ਹੋਰ ਕਿਤੇ ਸਾਡੇ ਨਿਆਣਿਆਂ ਨੂੰ ਚੰਬੜ ਗਿਆ ਤੇ ਉਹਨੇ ਜੇ ਗੁੱਸਾ ਕਰ ਲਿਆ
ਫਿਰ ਮੇਜ਼ ਸਜਾ ਕੇ ਉਹਨੂੰ ਨਵੇਂ ਡਿਨਰ ਸੈੱਟ 'ਚ ਪਾ ਕੇ ਰੋਟੀ ਖਵਾ ਲਓ। ਜੇ ਗੁੱਸਾ ਨਹੀਂ ਕਰਨ ਦੇਣਾ ਉਹਨੂੰ, ਬਈ ਹੁਣ ਜੇ ਅਗਲੇ ਨੂੰ ਕੱਢਣਾ ਆ ਘਰੋਂ, ਗੁੱਸਾ ਤਾਂ ਹੋਊਗਾ, ਗੁੱਸਾ ਹੋਊਗਾ ਤਾਂ ਹੀ ਤੁਹਾਨੂੰ ਛੱਡ ਕੇ ਜਾਊਗਾ। ਜੇ ਗੁੱਸਾ ਨਾ ਉਹਨੂੰ ਆਇਆ ਫਿਰ ਤਾਂ ਤੁਹਾਡੇ ਨਾਲ ਉਹਨੇ ਰਹੀ ਜਾਣਾ, ਉਹਨੇ ਕਹਿਣਾ ਚੰਗੇ ਬਹੁਤ ਆ। ਹੁਣ ਆਪਾਂ ਵੈਰੀ ਲਈ ਮਾੜੇ ਬਣਨਾ, ਪਰਮੇਸ਼ਵਰ ਲਈ ਚੰਗੇ ਬਣਨਾ ਆ। ਤੇ ਉਹਦੀ ਇੰਨੀ ਹਿੰਮਤ ਨਹੀਂ ਉਹ ਤੁਹਾਡੇ ਨਿਆਣਿਆਂ ਨੂੰ ਛੂਹ ਸਕੇ। ਵਚਨ ਦੇ ਵਿੱਚ ਲਿਖਿਆ, ਮੈਂ ਤੁਹਾਨੂੰ ਵੈਰੀ ਦੀ ਸਾਰੀ ਸ਼ਕਤੀ ਦੇ ਉੱਤੇ ਇਖਤਿਆਰ ਦਿੰਨਾ ਆ, ਉਹ ਤੁਹਾਡਾ ਕੁਛ ਨਹੀਂ ਵਿਗਾੜ ਸਕੂਗਾ। ਤੁਹਾਨੂੰ ਇਹ ਗੱਲ ਆਪਣੇ ਜੀਵਨ 'ਚ ਪੱਕੀ ਕਰਨੀ ਪੈਣੀ ਆ। ਜੇ ਤੁਸੀਂ ਵੈਰੀ ਤੋਂ ਡਰ ਗਏ ਫਿਰ ਉਹਨੇ ਤੁਹਾਨੂੰ ਡਰਾਈ ਜਾਣਾ ਆ, ਫਿਰ ਉਹਨੇ ਤੁਹਾਨੂੰ ਦਬਾਈ ਜਾਣਾ, ਉਹਨੇ ਤੁਹਾਨੂੰ ਭਿੱਚਲੀ ਜਾਣਾ, ਭਰਮਾਈ ਜਾਣਾ। ਜਿੱਦਣ ਤੁਸੀਂ ਉਹਦੇ ਸਾਹਮਣੇ ਖੜ ਗਏ ਉਹਨੂੰ ਕਹੋ ਉਰੇ ਆ ਤੈਨੂੰ ਦਸੀਏ ਜਰਾ, ਅਸੀਂ ਯਿਸੂ ਮਸੀਹ ਦੇ ਲਹੂ ਦੇ ਨਾਲ ਮੁੱਲ ਖਰੀਦੇ ਆ, ਐਵੇਂ ਘੈਵੇਂ ਹੀ ਅਸੀਂ ਨਹੀਂ ਹੈਗੇ। ਅਸੀਂ ਕੋਈ ਚੀਪ ਕੁਆਲਿਟੀ ਦੇ ਲੋਕ ਨਹੀਂ ਆ, ਪਰ ਅਸੀਂ ਚੀਫ ਪ੍ਰੀਸਟਹੁੱਡ ਦੇ ਬੱਚੇ ਆ। ਹਾਲੇਲੂਇਆ। ਅਸੀਂ ਐਵੇਂ ਹੀ ਨਹੀਂ ਆ, ਅਸੀਂ ਮਹਾਪ੍ਰਧਾਨ ਜਾਜਕ ਪਰਮੇਸ਼ਵਰ ਦੇ ਧੀਆਂ ਪੁੱਤਰ ਆ। ਇਸ ਲਈ ਆਪਣੀ ਵੈਲਿਊ ਨੂੰ ਸਮਝੋ, ਆਪਣੇ ਆਪ ਨੂੰ ਸਿਆਣੋ ਕਿ ਅਸੀਂ ਕੌਣ ਆ। ਰੋਜ਼ ਸ਼ੀਸ਼ੇ ਦੇ ਵਿੱਚ ਦੇਖ ਕੇ ਕਿਆ ਕਰੋ, ਮੈਂ ਪਰਮੇਸ਼ਵਰ ਦੀ ਬੇਟੀ ਆ, ਮੈਂ ਪਰਮੇਸ਼ਵਰ ਦਾ ਬੇਟਾ ਆ, ਮੈਂ ਕਿੰਨਾ ਸੋਹਣਾ ਆ, ਕਿੰਨਾ ਨੂਰ ਆ ਮੇਰੇ ਉੱਤੇ, ਮੈਂ ਤੇ ਜਿੱਥੇ ਖੜ ਜਾ ਵੈਰੀ ਉਹਨਾਂ ਗਲੀਆਂ ਤੋਂ ਹੀ ਭੱਜ ਜਾਂਦਾ ਕਰਕੇ ਉਹ ਮੇਰਾ ਸਾਹਮਣਾ ਨਹੀਂ ਕਰ ਸਕਦਾ। ਅੱਜ ਤੁਸੀਂ ਇਹ ਗੱਲ ਕੋਈ ਹੰਕਾਰ ਨਾਲ ਨਹੀਂ ਕਹਿੰਦੇ, ਪਰ ਮਾਣ ਨਾਲ ਕਹਿੰਦੇ ਆ। ਹੰਕਾਰ ਔਰ ਮਾਣ ਵਿੱਚ ਬਹੁਤ ਫਰਕ ਆ। ਵਚਨ ਦੇ ਵਿੱਚ ਲਿਖਿਆ ਆ, ਕਹਿੰਦਾ ਤੁਸੀਂ ਵੈਰੀ ਦਾ ਸਾਹਮਣਾ ਕਰੋ ਤੇ ਉਹ ਤੁਹਾਡੇ ਅੱਗਿਓਂ ਨੱਠ ਜੂਗਾ। ਕਿੰਨੇ ਰਾਹਾਂ ਥਾਣੀ? 7 ਰਾਹਾਂ ਥਾਣੀ ਉਹ ਤੁਹਾਡੇ ਅੱਗੋਂ ਨੱਠ ਜੂਗਾ। ਏਦਾਂ ਨਹੀਂ ਲਿਖਿਆ ਉਹਨੂੰ ਦੇਖ ਕੇ ਲੁਕ ਜਿਓ, ਉਹਨੂੰ ਦੇਖ ਕੇ ਝੁਕ ਜਿਓ, ਉਹਦਾ ਸਾਹਮਣਾ ਕਰੋ। ਉਹ ਟਰਬਲ ਲੈ ਕੇ ਆਇਆ ਆ, ਰੋਣ ਨਹੀਂ ਲੱਗ ਜਾਣਾ। ਜਦੋਂ ਸਮੱਸਿਆ ਆਈ ਰੋਣ ਨਹੀਂ ਬਹਿ ਜਾਣਾ ਵੀ ਹਾਏ ਮੁਸ਼ਕਲ ਆ ਗਈ ਹੁਣ ਕੀ ਹੋਣਾ। ਖੜ ਜਾਓ ਉਦੋਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਜਾ ਕੇ ਖੜ ਜਾਓ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਆ, ਤੁਸੀਂ ਇਹੋ ਜਿਹੀ ਕੋਈ ਅਜਮਾਇਸ਼ ਨਹੀਂ ਸਾਡੇ ਉੱਤੇ ਪੈਣ ਦਿੰਦੇ ਜਿਹਦੇ ਚੋਂ ਅਸੀਂ ਨਿਕਲ ਨਾ ਸਕੀਏ। ਤੁਸੀਂ ਸਾਨੂੰ ਅਜਮਾਇਸ਼ਾਂ ਚੋਂ ਨਿਕਲਣ ਦਾ ਬਲ ਦਿੰਦੇ ਆ, ਤੁਸੀਂ ਜ਼ਰੂਰ ਸਾਨੂੰ ਇਸ ਅਜਮਾਇਸ਼ ਚੋਂ ਕੱਢਦੇ ਆ ਤੇ ਵੈਰੀ ਸਾਨੂੰ ਸ਼ਰਮਿੰਦਿਆ ਨਹੀਂ ਕਰ ਸਕਦਾ। ਤੁਸੀਂ ਜਦੋਂ ਖੜਦੇ ਆ ਤੁਸੀਂ ਵੈਰੀ ਨੂੰ ਗੋਡਿਆਂ ਤੇ ਪਾ ਦਿੰਦੇ ਆ। ਹਾਲੇਲੂਇਆ। ਇਸ ਲਈ ਜੇ ਤੁਸੀਂ ਚਾਹੁੰਦੇ ਆ ਕਿ ਵੈਰੀ ਤੁਹਾਡੇ ਅੱਗੇ ਝੁਕ ਜਾਏ, ਉਹ ਗੋਡਿਆਂ ਭਾਰ ਹੋ ਜਾਵੇ, ਫਿਰ ਤੁਹਾਨੂੰ ਖਲੋਣਾ ਪੈਣਾ ਆ। ਤੇ ਜੇ ਤੁਸੀਂ ਵੈਰੀ ਦੇ ਅੱਗੇ ਝੁਕ ਗਏ ਫਿਰ ਉਹਨੇ ਤੁਹਾਡੇ ਅੱਗੇ ਖਲੋ ਜਾਣਾ ਆ। ਹੁਣ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਆ ਬਈ ਤੁਸੀਂ ਝੁਕਣਾ ਆ ਜਾਂ ਉਹਨੂੰ ਝੁਕਾਉਣਾ ਆ। ਸਾਨੂੰ ਕੁਛ ਕਰਨਾ ਪੈਣਾ ਆ। ਹਾਲੇਲੂਇਆ। ਅੱਜ ਹਰ ਇਨਸਾਨ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਪਣੇ ਗੁਨਾਹਾਂ ਦਾ ਪਛਤਾਤਾਪ ਕਰੇ, ਔਰ ਜ਼ਰੂਰ ਕਰੇ, ਹਰ ਹਾਲਤ ਦੇ ਵਿੱਚ ਕਰੇ। ਕਿਉਂਕਿ ਬਾਈਬਲ ਦੇ ਵਿੱਚ ਇਦਾਂ ਲਿਖਿਆ ਆ, ਪਵਿੱਤਰ ਵਚਨ ਦੇ ਵਿੱਚ ਇਦਾਂ ਲਿਖਿਆ, ਪਾਪ ਦੀ ਮਜ਼ਦੂਰੀ ਮੌਤ ਆ। ਸਾਨੂੰ ਇਹ ਚੀਜ਼ ਬੜੀ ਗਹਿਰਾਈ ਦੇ ਨਾਲ ਸਮਝਣ ਦੀ ਜ਼ਰੂਰਤ ਆ। ਪਾਪ ਦੀ ਮਜ਼ਦੂਰੀ ਮੌਤ ਆ। ਜਿਹੜੇ ਦੁੱਖ ਆਉਂਦੇ ਆ ਨਾ ਇਨਸਾਨ ਦੇ ਉੱਤੇ, ਬਿਮਾਰੀਆਂ ਆਉਂਦੀਆਂ ਆ, ਉਹਦੀ ਬਹੁਤ ਵੱਡੀ ਵਜ੍ਹਾ ਪਾਪ ਆ। ਉਹ ਪਾਪ ਦੀ ਲੇਬਰ ਆ, ਪਾਪ ਦੀ ਸਜ਼ਾ ਆ। ਔਰ ਜਦੋਂ ਪਾਪ ਦੀ ਸਜ਼ਾ ਆਉਂਦੀ ਆ, ਉਹ ਪਹਿਲਾਂ ਇੱਕ ਛੋਟੀ ਬਿਮਾਰੀ ਬਣ ਕੇ ਆਉਂਦੀ ਆ, ਫਿਰ ਕਿਸੇ ਨੇ ਛੋਟੀ ਦਰਦ ਵਾਲੀ ਗੋਲੀ ਖਾਧੀ, ਫਰਕ ਨਹੀਂ ਪਿਆ, ਫਿਰ ਵੱਡੀ ਗੋਲੀ ਖਾਧੀ, ਫਰਕ ਨਹੀਂ ਪਿਆ, ਡਾਕਟਰ ਚੇਂਜ ਕੀਤਾ, ਫਰਕ ਨਹੀਂ ਪਿਆ, ਹਸਪੀਟਲ ਚੇਂਜ ਕੀਤਾ, ਫਰਕ ਨਹੀਂ ਪਿਆ, ਸਰਜਰੀ ਕਰਾਈ, ਫਿਰ ਵੀ ਨਹੀਂ ਠੀਕ ਹੋਏ। ਫਿਰ ਹੁੰਦਿਆਂ ਹੁੰਦਿਆਂ ਉਹ ਬਿਮਾਰੀ ਮੌਤ ਦਾ ਰੂਪ ਧਾਰਨ ਕਰਨ ਲੱਗ ਜਾਂਦੀ ਆ। ਕਿਉਂ ਇਦਾਂ ਹੁੰਦਾ ਆ? ਕਿਉਂ ਲਾ ਇਲਾਜ ਬਿਮਾਰੀਆਂ ਲੱਗ ਜਾਂਦੀਆਂ? ਪਾਪ ਦੀ ਵਜ੍ਹਾ ਦੇ ਨਾਲ। ਤੁਸੀਂ ਦੇਖੋ ਜਿਹੜਾ ਸੀਜ਼ਨਲ ਫਲੂ ਹੁੰਦਾ ਆ, ਜਦੋਂ ਮੌਸਮ ਬਦਲਦਾ, ਜਿਹੜਾ ਉਦੋਂ ਖੰਘ ਜ਼ੁਕਾਮ ਹੁੰਦਾ ਨਿਆਣਿਆਂ ਨੂੰ, ਬੁੱਢਿਆਂ ਨੂੰ, ਸਿਆਣਿਆਂ ਨੂੰ, ਉਹ ਤਾਂ ਦਿਨਾਂ ਵਿੱਚ ਹੀ ਖਤਮ ਹੋ ਜਾਂਦਾ ਆ। ਉਹ ਤੁਸੀਂ ਗੋਲੀ ਖਾਓ ਨਾ ਖਾਓ ਠੀਕ ਹੋ ਜਾਂਦਾ ਆ। ਕੋਈ ਤੱਤਾ ਠੰਡਾ ਤੁਸੀਂ ਹੋਏ ਉਹ ਖਤਮ ਹੋ ਜਾਣਾ ਆ। ਪਰ ਉਹ ਬਿਮਾਰੀ ਜਿਹੜੀ ਇਲਾਜ ਕਰਾਉਣ ਦੇ ਬਾਵਜੂਦ ਵੀ ਖਤਮ ਨਹੀਂ ਹੋ ਰਹੀ, ਤੁਹਾਨੂੰ ਛੱਡ ਕੇ ਨਹੀਂ ਜਾ ਰਹੀ, ਇਹਦਾ ਮਤਲਬ ਜੀਵਨ ਦੇ ਵਿੱਚ ਪਾਪ ਆ ਜਿਹੜਾ ਅਜੇ ਬਖਸ਼ਿਆ ਨਹੀਂ ਗਿਆ।
ਔਰ ਉਹਦਾ ਫਰੂਟ ਆ, ਉਸ ਪਾਪ ਦਾ ਫਰੂਟ ਜਿਹੜਾ ਆ ਉਹ ਡੈਥ ਆ। ਔਰ ਜਦੋਂ ਤੁਹਾਡੀ ਬਿਮਾਰੀ ਮਹੀਨਾ 2 ਮਹੀਨੇ ਕ੍ਰਾਸ ਕਰ ਗਈ ਆ, ਸਗੋਂ ਸਾਨੂੰ ਸ਼ੁਰੂਆਤ ਵਿੱਚ ਹੀ ਪਰਮੇਸ਼ਵਰ ਦੇ ਅੱਗੇ ਝੁਕ ਜਾਣਾ ਚਾਹੀਦਾ, ਪ੍ਰਭੂ ਦੇ ਅੱਗੇ ਗੋਡੇ ਟੇਕ ਲੈਣੇ ਚਾਹੀਦੇ ਕਿ ਇਹ ਬਿਮਾਰੀ ਮੈਨੂੰ ਛੱਡ ਕੇ ਜਾਏ। ਜਿਹੜੇ ਵੀ ਪਾਪ ਦੀ ਵਜ੍ਹਾ ਦਾ ਕਰਕੇ ਆਈ ਆ, ਉਸ ਪਾਪ ਨੂੰ ਪ੍ਰਭੂ ਜੀ ਬਖਸ਼ ਦਿਓ, ਮੇਰਾ ਹਰ ਗੁਨਾਹ ਬਖਸ਼ ਦਿਓ। ਇਹ ਬਿਮਾਰੀ ਮੇਰੇ ਉੱਤੇ ਨਾ ਰਹੇ, ਇਹ ਬਿਮਾਰੀ ਮੇਰੇ ਨਾਸ਼ ਦਾ ਕਾਰਨ ਨਾ ਬਣੇ, ਮੇਰੇ ਪਰਿਵਾਰ ਦੇ ਨਾਸ਼ ਦਾ ਕਾਰਨ ਨਾ ਬਣੇ। ਕਿਉਂਕਿ ਕਈ ਵਾਰੀ ਕੁਝ ਬਿਮਾਰੀਆਂ ਪਰਿਵਾਰ ਦੇ ਕਮਾਊ ਬੰਦੇ ਨੂੰ ਲੱਗ ਜਾਂਦੀਆਂ ਆ, ਚਾਹੇ ਉਹ ਔਰਤ ਹੋਏ, ਨੌਜਵਾਨ ਹੋਏ, ਬਜ਼ੁਰਗ ਹੋਏ, ਮਰਦ ਹੋਏ। ਤਾਂ ਇਸ ਤਰੀਕੇ ਦੇ ਨਾਲ ਉਹਦੇ ਤੇ ਹਮਲਾ ਕਰਦੀਆਂ ਕਿ ਸਾਰੇ ਹੀ ਮੰਜੇ ਤੇ ਇੱਕ ਹੁੰਦਾ, ਪਰ ਸਾਰਿਆਂ ਦੇ ਦਰਦਾਂ ਪੈ ਰਹੀਆਂ ਹੁੰਦੀਆਂ, ਬਿਪਤਾ ਦੀਆਂ ਦਰਦਾਂ, ਪਰੇਸ਼ਾਨੀ ਦੀਆਂ ਦਰਦਾਂ। ਘਰ ਵਿੱਚ ਇੱਕ ਤਾਂ ਕਮਾਉਣ ਵਾਲਾ ਬਿਮਾਰ ਹੋ ਗਿਆ, ਦੂਜਾ ਖਾਣ ਦੇ ਲਈ ਕੁਝ ਨਹੀਂ ਆ, ਕਿਤੋਂ ਆ ਨਹੀਂ ਰਿਹਾ, ਪਰ ਖਰਚਾ ਹੋ ਰਿਹਾ, ਉਹਦੇ ਇਲਾਜ ਦੇ ਉੱਤੇ ਆ ਕੁਝ ਨਹੀਂ ਰਿਹਾ, ਪਰ ਜਾ ਰਿਹਾ ਆ। ਤਾਂ ਉਹਦੇ ਨਾਲ ਕੀ ਆ, ਸਾਰੇ ਇਫੈਕਟਡ ਹੋ ਜਾਂਦੇ ਆ। ਕਰੋਨਾ ਵਾਇਰਸ ਤਾਂ ਉਹ ਵਾਇਰਸ ਹੈ ਨਾ ਜਿਹੜਾ ਟੱਚ ਕਰਨ ਦੇ ਨਾਲ ਫੈਲਦਾ ਆ, ਪਰ ਕੁਝ ਪਾਪ ਦੇ ਵਾਇਰਸ ਇਹੋ ਜਿਹੇ ਕਿ ਤੁਸੀਂ ਟੱਚ ਵੀ ਨਹੀਂ ਕਰਦੇ, ਫਿਰ ਵੀ ਉਹ ਸਪਰੈਡ ਹੋ ਜਾਂਦੇ ਆ। ਔਰ ਉਹਨਾਂ ਦਾ ਦਰਦ ਇੱਕ ਬੰਦੇ ਨੂੰ ਨਹੀਂ, ਪੂਰੇ ਪਰਿਵਾਰ ਨੂੰ ਝੱਲਣਾ ਪੈਂਦਾ ਆ, ਪੂਰੇ ਖਾਨਦਾਨ ਨੂੰ ਝੱਲਣਾ ਪੈਂਦਾ, ਕਈ ਵਾਰੀ 3 ਪੀੜ੍ਹੀਆਂ ਤੱਕ ਝੱਲਣਾ ਪੈਂਦਾ ਆ। ਇਸ ਲਈ ਅਗਰ ਅਸੀਂ ਚਾਹੁੰਦੇ ਹਾਂ ਕਿ ਬਿਮਾਰੀਆਂ ਸਾਡੇ ਨਾਸ਼ ਦਾ ਕਾਰਨ ਨਾ ਬਣਨ, ਬਿਮਾਰੀਆਂ ਸਾਡੀ ਮੌਤ ਦਾ ਕਾਰਨ ਨਾ ਬਣਨ, ਬਿਮਾਰੀਆਂ ਸਾਡੀ ਗਰੀਬੀ ਦਾ ਕਾਰਨ ਨਾ ਬਣਨ, ਜਾਂ ਕਿਸੇ ਹੋਰ ਤਰੀਕੇ ਦੇ ਨਾਲ ਵੀ ਅਸੀਂ ਨਾਸ਼ ਨਾ ਹੋਈਏ, ਬੰਧਨਾਂ ਵਿੱਚ ਨਾ ਆਈਏ, ਲਾਚਾਰੀ ਵਿੱਚ ਨਾ ਆਈਏ, ਤਾਂ ਫਿਰ ਸਾਨੂੰ ਆਪਣੇ ਗੁਨਾਹਾਂ ਦਾ ਇਕਰਾਰ ਕਰਨਾ ਪੈਣਾ ਆ। ਸਾਨੂੰ ਆਪਣੇ ਗੁਨਾਹ ਪਰਮੇਸ਼ਵਰ ਜੀ ਦੀ ਹਜ਼ੂਰੀ ਦੇ ਵਿੱਚੋਂ ਮਾਫ ਕਰਵਾਉਣੇ ਪੈਣੇ ਆ। ਪਰਮੇਸ਼ਵਰ ਜੀ ਦੇ ਅੱਗੇ ਆਪਾਂ ਨੂੰ ਗੋਡੇ ਟੇਕਣੇ ਹੀ ਪੈਣੇ ਆ। ਜੇ ਆਪਾਂ ਪਰਮੇਸ਼ਵਰ ਜੀ ਦੇ ਅੱਗੇ ਗੋਡੇ ਨਾ ਟੇਕੇ, ਉਹ ਤਾਂ ਸ਼ਹਿਨਸ਼ਾਹ ਆ, ਉਹਨੂੰ ਕੋਈ ਫਰਕ ਨਹੀਂ ਪੈਣਾ। ਫਰਕ ਤਾਂ ਆਪਾਂ ਨੂੰ ਪੈਂਦਾ ਜਿਹੜੇ ਸਾਰਾ ਕੁਝ ਉਹ ਤੋਂ ਮੰਗਦੇ ਆ ਤੇ ਉਹ ਦਿੰਦਾ ਆ। ਇਸ ਲਈ ਝੁਕਣਾ ਸਾਡਾ ਹੀ ਫਰਜ਼ ਆ, ਔਰ ਝੁਕਣਾ ਵੀ ਸਾਨੂੰ ਹੀ ਪੈਣਾ ਆ। ਜਿਹੜਾ ਝੁਕਦਾ ਆ ਉਹਨੂੰ ਹੀ ਪਰਮੇਸ਼ਵਰ ਨੇ ਉੱਚਿਆਂ ਕਰਨਾ ਆ। ਹਾਲੇਲੂਇਆ। ਔਰ ਤੁਸੀਂ ਦੇਖਿਓ ਝੁਕਦਾ ਕੌਣ ਆ? ਜਿਹੜੀ ਟਾਹਣੀ ਨੂੰ ਫਲ ਲੱਗ ਜਾਏ ਉਹ ਟਾਹਣੀ ਝੁਕਦੀ ਆ। ਉਹਦਾ ਝੁਕਣਾ ਉਹਦੇ ਫਰੂਟਫੁਲ ਹੋਣ ਦਾ ਨਿਸ਼ਾਨ ਹੈ। ਔਰ ਮਾਲੀ ਕਿਹੜੀਆਂ ਟਾਹਣੀਆਂ ਨੂੰ ਜ਼ਿਆਦਾ ਲੁੱਕ ਆਫਟਰ ਕਰਦਾ ਆ? ਜਿਹੜੀਆਂ ਫਲ ਲੈ ਕੇ ਆਉਂਦੀਆਂ ਆ, ਜਿਹੜੀਆਂ ਫਰੂਟਫੁਲ ਹੁੰਦੀਆਂ ਆ। ਉਹ ਰੋਜ਼ ਉਹਨਾਂ ਵੱਲ ਉਹਦੀ ਨਿਗਾਹ ਹੁੰਦੀ ਆ ਵੀ ਕਿਤੇ ਤੇਲਾ ਤਾਂ ਨਹੀਂ ਪੈ ਗਿਆ, ਕਿਤੇ ਸੁੰਡੀ ਤੇ ਨਹੀਂ ਲੱਗੀ। ਤੇ ਜਿਹੜੀਆਂ ਵਾਈਲਡ ਸ਼ੂਟ ਨਿਕਲਦੀਆਂ, ਜੰਗਲੀ ਟਾਹਣੀਆਂ ਨਿਕਲਦੀਆਂ, ਉਹਨਾਂ ਨੂੰ ਉਹ ਕੀ ਕਰਦਾ ਆ? ਕੱਟ ਦਿੰਦਾ, ਲਾ ਦਿੰਦਾ ਨਾਲੋਂ, ਤੇ ਫਿਰ ਉਹ ਟਾਹਣੀਆਂ ਸਾੜੀਆਂ ਜਾਂਦੀਆਂ ਆ। ਇਸ ਲਈ ਅਸੀਂ ਝੁਕਣਾ ਆ। ਝੁਕਣਾ ਮੀਨਸ ਫਰੂਟਫੁਲ ਹੋਣਾ ਆ। ਸਾਡੇ ਅੰਦਰ ਇਹ ਫਰੂਟ ਹੋਏ। ਮਾਫੀ ਮੰਗਣਾ ਇੱਕ ਫਰੂਟ ਆ, ਇਹ ਵੀ ਇੱਕ ਰੂਹ ਦਾ ਫਲ ਆ। ਮਾਫ ਕਰਨਾ ਤੇ ਮਾਫੀ ਮੰਗਣਾ, ਇਕਰਾਰ ਕਰ ਲੈਣਾ ਕਿ ਮੈਂ ਗਲਤੀਆਂ ਕੀਤੀਆਂ ਆ। ਜਿਹੜਾ ਇਕਰਾਰ ਨਹੀਂ ਕਰਦਾ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਆ ਤੇ ਪਰਮੇਸ਼ਵਰ ਨੂੰ ਝੂਠਿਆਂ ਸਾਬਤ ਕਰਦਾ ਆ। ਕੀ ਕੋਈ ਮਨੁੱਖ ਪਰਮੇਸ਼ਵਰ ਨੂੰ ਝੂਠਿਆਂ ਸਾਬਤ ਕਰ ਸਕਦਾ? ਆਪਾਂ ਦੇਖੀਏ ਪਹਿਲਾ ਯੋਹੰਨਾ ਪਵਿੱਤਰ ਬਾਈਬਲ ਦੇ ਵਿੱਚ, ਨਿਊ ਟੈਸਟਾਮੈਂਟ ਦੇ ਵਿੱਚ 1 ਜੌਨ, ਪਹਿਲਾ ਯੋਹੰਨਾ ਉਹਦਾ 1 ਨੰਬਰ ਅਧਿਆਏ, ਉਹਦੀ 9-10 ਪੰਕਤੀ 'ਚ ਇੱਦਾਂ ਲਿਖਿਆ, ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ। ਜੇ ਆਖੀਏ ਭਈ ਅਸਾਂ ਪਾਪ ਨਹੀਂ ਕੀਤਾ ਹੈ ਤਾਂ ਉਹਨੂੰ ਝੂਠਾ ਬਣਾਉਂਦੇ ਹਾਂ ਅਤੇ ਉਹਦਾ ਬਚਨ ਸਾਡੇ ਵਿੱਚ ਨਹੀਂ ਹੈ। ਜੇ ਕੋਈ ਬੰਦਾ ਇਹ ਕਹਿੰਦਾ ਮੈਂ ਤੇ ਜੀ ਕੋਈ ਗਲਤੀ ਨਹੀਂ ਕੀਤੀ, ਮੈਂ ਸਾਰਾ ਸਾਲ ਕੋਈ ਗਲਤੀ ਨਹੀਂ ਕੀਤੀ, ਮੈਂ ਕੋਈ ਪਾਪ ਨਹੀਂ ਕੀਤਾ, ਮੈਂ ਕਦੀ ਝੂਠ ਨਹੀਂ ਬੋਲਿਆ, ਮੈਂ ਕਦੀ ਕਿਸੇ ਨਾਲ ਧੋਖਾ ਨਹੀਂ ਕੀਤਾ, ਮੈਂ ਕਦੀ ਕਿਸੇ ਨਾਲ ਫਰੇਬ ਨਹੀਂ ਕੀਤਾ, ਤਾਂ ਵਚਨ ਕੀ ਕਹਿੰਦਾ? ਜੇ ਆਖੀਏ ਭਈ ਅਸੀਂ ਪਾਪ ਨਹੀਂ ਕੀਤਾ ਹੈ ਤਾਂ ਉਹਨੂੰ ਝੂਠਾ ਬਣਾਉਂਦੇ ਆ
किनू? परमेश्वर नू। किन्नी वरी आपां बिना बोलिया अपने मन दे अंदर पाप कीता है। किन्नी वरी आपां अपने बच्चों के नाल अपने भैणां भरावां दीयां निंदा चुगलियां कीतियां, अपने आंढ गुआंढ दीयां निंदा चुगलियां कीतियां, अपने माँ प्यो दीयां निंदा चुगलियां कीतियां, पति दीयां कीतियां, पत्नी दीयां कीतियां, दोस्तां दीयां कीतियां, किन्नियां दीयां कीतियां, किन्नी निंदा कीती, किन्नियां चुगलियां कीतियां, किन्नियां दे लई मन विच खार रखी, किन्नियां दे उत्ते मन विच ही गुस्सा किया, भावें तुसीं उहनूं एक्सप्रैस नहीं कर सके, किसी मजबूरी दा करके तुसीं मूँह तो नहीं बोलिया, पर किन्नी वरी तुसीं अंदरों अंदर सड़े, गुस्सा आया तुहाडे अंदर। किन्नी वरी दिल कीता कि जे किते मैं इतों बड़ा हुंदा जां मेरे कोल इन्नी पावर हुंदी तो मैं इहनूं दस दिंदा मैं कौन आ। किन्नी वरी अखां ने पाप किया कि काश ये मेरी पत्नी होए, काश ये मेरा पति होए, काश ये मेरे कोल होए। किन्नी वरी दिल ने चाहया कि आ पर्स पिया ते कोई तेनू इत्थे देखदा भी नहीं, इहदे चों पैसे कढ ला, तेरा सर जूगा। किन्नियां होर विचार वालियां चीज़ां देखियां, इंटरनेट दे उत्ते देखियां, ऑफलाइन देखियां, ऑनलाइन देखियां, किन्ने नॉनसेंस मैसेजेस किते लोकां नूं, किन्नी वरी झूठ बोलिया कि असी अवेलेबल नहीं आ, किन्नी वरी झूठ बोलिया मेरे कोल है ही नहीं आ, मैं तेरी मदद नहीं कर सकता, किन्नी वरी किसी का झूठा नाम लैके होर बहुत सारे अपने फायदे दे काम किते। तो मतलब सवाल ही नहीं पैदा हुंदा कि असी ये गल कहीए जी मैं गलती नहीं की, मैं पाप नहीं किया, क्योंकि परमेश्वर नूं इंसानी फितरत का पता है। गॉड नोज कि असी गलतियां करते हैं दिल के राही, दिमाग के राही, अखां के राही, जिसम के राही, मूँह के राही। इसलिए वचन विच लिखिया जे आखिए भी असी पाप नहीं किया, कहंदा असी फिर उहनूं झूठा बनाई जांदे आ, फिर असी परमेश्वर नूं गलत साबित करते हैं, और कहंदा फिर उहदा वचन साडे विच है ही नहीं, फिर साडे विच उहदा वचन नहीं आ। ठीक आ, तुहाडे कोलों गलतियां होईयां, हो सकदा बहुत सारियां गलतियां अनजानपुणे विच होईयां होण, हो सकदा बहुत सारियां गलतियां किसी बहुत वड्डी मजबूरी दे वस पै के हो गईयां होण, हो सकदा तुहाडे वसों ही बाहर हो गया होवे, तुसी कंट्रोल विच ना रहे होवो, जां किसी भी तरह के हालात दा करके होईयां होण, पर एटलीस्ट होईयां आ, ये तो सानू मनना पेगा ना, होईयां आ। तो वचन विच लिखिया जे असी अपने पापां दा इकरार करिए, जे असी मन लईए कि प्रभु जी मैं तो गलतियां होईयां आ, बहुत सारियां मैनू चेते आ ते होईयां इन्नियां कि बहुत सारियां मैं भुल ही गया आ, पर होईयां आ, मैं मनदा आ प्रभु, क्योंकि मैं तुहाडे तो कुछ भी छुपा नहीं सकदा प्रभु, मैं तुहाडे तो छुपा के कित्थे लुकूंगा, तू तो पिता मेरे दिलों ते गुरदियां नू जांच लैण वाला परमेश्वर आ। हाले जो मैं बोलिया नहीं पर मेरे अंदर ही तू तो वह भी बुझ लैंदा आ, तो मैं प्रभु जी तुहाडे तो छुपा नहीं सकता। पर वचन च लिखा ओ वफादार अते धर्मी है, परमेश्वर वफादार है, धर्मी है, तरस नाल भरिया होया पिता है, साडे पापां नू माफ करूगा ते सारे कुधर्म तो सानू शुद्ध भी कर दूगा। जदों आपां इदां कहना है भी असी गलतियां कीतियां, फिर इन्ना ही कह के नहीं उठ जाना, फिर नाल ये भी कहना प्रभु साडी मदद करियो, आउण वाले समय च ना असी करिए, सानू शुद्ध कर दो इन्हां गलतियां तो, बदल दिओ साडे वो हालात जिन्हां हालातां विच पै के असी गलतियां करदे हां, बदल जाण साडे ओह सरकमस्टेंसिस जिन्हां दे विच असी पाप करदे हां, जिन्हां च असी अपराध करदे हां, जिन्हां च असी ईर्खा करदे हां। प्रभु बदल जाए वो सुभाव जिहड़ा निंदा ते चुगली करके स्वाद लैंदा आ, बदल जाए कन्नां दा रस जिन्हां बुराई सुन के चंगा लगदा आ। हे पिता साडे अंदर बदलाव आ जाए, माफ़ी मंगनी आ, ओदे नाल नाल चंगी चीज़ भी मंगनी आ, और वचन दे विच लिखिया ओ पापां नू माफ करे ते सारी बुराई तो शुद्ध करे, फिर उहने सानू शुद्ध भी कर देना है। ते आउण वाला वरा
ਤੁਹਾਡੀ ਸ਼ੁੱਧਤਾ ਦਾ ਵਰਾ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਸੱਚੀ ਗੱਲ ਆ, ਤੁਸੀਂ ਖੁਦ ਦੇਖੋਗੇ ਮੈਂ ਇੰਨਾ ਕਿੱਦਾਂ ਬਦਲ ਗਿਆ ਆ। ਮੈਂ ਤਾਂ ਫਲਾਣੇ ਨੂੰ ਮੱਥਿਓ ਨਹੀਂ ਚਾਹੁੰਦਾ ਸੀ, ਹੁਣ ਮੈਨੂੰ ਇਹਨੂੰ ਦੇਖ ਕੇ ਗੁੱਸਾ ਹੀ ਨਹੀਂ ਆਉਂਦਾ। ਤੁਸੀਂ ਨੋਟ ਕਰੋਗੇ, ਮੈਂ ਡਿਕਲੇਅਰ ਕਰਦੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। 1 ਜੌਨ ਉਹਦਾ 2 ਨੰਬਰ ਅਧਿਆਇ ਤੇ ਉਹਦੀ 18 ਨੰਬਰ ਪੰਕਤੀ 'ਚ ਇਦਾਂ ਲਿਖਿਆ ਆ, ਹੇ ਬਾਲਕੋ ਇਹ ਅੰਤ ਦਾ ਸਮਾਂ ਹੈ ਅਤੇ ਜਿਵੇਂ ਤੁਸੀਂ ਸੁਣਿਆ ਭਈ ਮਸੀਹ ਦਾ ਵਿਰੋਧੀ ਆਉਂਦਾ ਹੈ, ਸੋ ਹੁਣ ਵੀ ਮਸੀਹ ਦੇ ਵਿਰੋਧੀ ਬਾਹਲੇ ਉੱਠੇ ਹੋਏ ਹਨ, ਜਿਸ ਤੋਂ ਅਸੀਂ ਜਾਣਦੇ ਹਾਂ ਭਈ ਇਹ ਅੰਤ ਦਾ ਸਮਾਂ ਹੈ। ਆਪਾਂ ਉਸ ਅੰਤ ਸਮੇਂ ਦੇ ਵਿੱਚ ਆ ਜਿਸ ਸਮੇਂ ਦੇ ਵਿੱਚ ਕਿਰਪਾ ਦਾ ਸਮਾਂ ਖਤਮ ਹੋਣ ਨੂੰ ਆ। ਅਸੀਂ ਮਸੀਹ ਦੇ ਵਾਪਸ ਆਉਣ ਦੇ ਬਹੁਤ ਨੇੜਲੇ ਟਾਈਮ ਦੇ ਵਿੱਚ ਆ, ਉਠਾ ਲਏ ਜਾਣ ਦੇ ਬਹੁਤ ਨੇੜਲੇ ਟਾਈਮ ਦੇ ਵਿੱਚ ਆ, ਤੇ ਕਿਰਪਾ ਦੇ ਬਹੁਤ ਅਖੀਰਲੇ ਟਾਈਮ ਦੇ ਵਿੱਚ ਆ। ਔਰ ਇੱਥੇ ਲਿਖਿਆ ਆ, ਕਹਿੰਦਾ ਜਿਵੇਂ ਤੁਸੀਂ ਸੁਣਿਆ ਮਸੀਹ ਦਾ ਵਿਰੋਧੀ ਆਉਂਦਾ। ਵਚਨ 'ਚ ਕੀ ਲਿਖਿਆ? ਐਂਡ ਟਾਈਮ 'ਚ ਕੀ ਹੋਣਾ ਆ? ਮਸੀਹ ਦੇ ਵਿਰੋਧੀ ਨੇ ਆਉਣਾ ਆ, ਐਂਟੀ ਕ੍ਰਾਈਸਟ ਨੇ ਆਉਣਾ ਆ। ਅੰਤਲਾ ਸਮਾਂ ਆ, ਜਿਵੇਂ ਤੁਸੀਂ ਸੁਣਿਆ ਵੀ ਮਸੀਹ ਦਾ ਵਿਰੋਧੀ ਆਉਂਦਾ, ਸੋ ਹੁਣ ਵੀ ਮਸੀਹ ਦੇ ਵਿਰੋਧੀ ਬਾਹਲੇ ਉੱਠੇ ਹੋਏ ਆ। ਕਹਿੰਦਾ ਤੁਸੀਂ ਹੁਣ ਦੇਖੋ ਕਿ ਮਸੀਹ ਦੇ ਵਿਰੋਧੀ ਹੁਣ ਵੀ ਬਥੇਰੇ ਉੱਠੇ ਆ। ਜਿਹੜਾ ਮੇਜਰ ਆਉਣਾ ਆ, ਜਿਹੜਾ ਵੱਡਾ ਮਸੀਹੀ ਵਿਰੋਧੀ ਆਉਣਾ, ਸਿਰਫ ਉਹੀ ਬਾਕੀ ਆ। ਬਾਕੀ ਤਾਂ ਕਹਿੰਦਾ ਬਹੁਤ ਉੱਠੇ ਹੋਏ ਆ। ਤੇ ਜਦੋਂ ਪ੍ਰਭੂ ਯਿਸੂ ਮਸੀਹ ਜੀ ਨੂੰ ਚੇਲੇ ਪੁੱਛਦੇ ਸੀਗੇ ਕਿ ਅੰਤਲੇ ਟਾਈਮ ਦੇ ਕੀ ਨਿਸ਼ਾਨ ਹੋਊਗੇ, ਤੇ ਪ੍ਰਭੂ ਯਿਸੂ ਮਸੀਹ ਜੀ ਨੇ ਪਹਿਲੇ ਨਿਸ਼ਾਨ ਕੀ ਦੱਸਿਆ ਸੀ? ਕਹਿੰਦਾ ਝੂਠੇ ਨਬੀ ਉੱਠ ਖਲੋਣਗੇ, ਮਸੀਹੀ ਵਿਰੋਧੀ ਜਿਨ੍ਹਾਂ ਨੇ ਝੂਠ ਬਹੁਤ ਬੋਲਣਾ ਆ। ਯਿਸੂ ਮਸੀਹ ਦਾ ਨਾਮ ਲੈ ਕੇ ਪਾਕ ਰੂਹ ਦੇ ਵੱਲੋਂ ਕਹਿ ਦੇਣੀਆਂ ਗੱਲਾਂ, ਪਰ ਹੋਣੀਆਂ ਨਹੀਂ ਪਾਕ ਰੂਹ ਵੱਲੋਂ। ਕਹਿਣਾ ਸਾਨੂੰ ਪਵਿੱਤਰ ਆਤਮਾ ਇਦਾਂ ਦੱਸਦਾ ਆ, ਹੋਣਾ ਪਵਿੱਤਰ ਆਤਮਾ ਵੱਲੋਂ ਨਹੀਂ, ਉਹਨਾਂ ਨੇ ਆਪਣੇ ਮਨ ਦੀਆਂ ਹੀ ਕਰੀ ਜਾਣੀਆਂ ਆ। ਕਹਿੰਦਾ ਇਦਾਂ, ਕਹਿੰਦਾ ਬਾਹਲੇ ਉੱਠੇ ਹੋਏ ਆ, ਬਹੁਤ ਸਾਰੇ ਖੜੇ ਆ, ਆਲਰੇਡੀ ਮੌਜੂਦ ਆ। ਉਹ ਹੁਣ ਜੇ ਤੁਸੀਂ ਵਚਨ ਪੜ੍ਹੀ ਜਾਓਗੇ ਫੇਰ ਤੁਹਾਨੂੰ ਸਮਝ ਆਈ ਜਾਣੀ, ਫੇਰ ਤੁਹਾਨੂੰ ਉਹਨਾਂ ਦੀ ਸਿਆਣ ਆਈ ਜਾਣੀ ਆ। ਜੇ ਤੁਸੀਂ ਵਚਨ ਨਾ ਪੜ੍ਹਿਆ ਫੇਰ ਤੁਹਾਨੂੰ ਇਦਾਂ ਹੀ ਲੱਗਣਾ ਇੱਥੇ ਤਾਂ ਬਹੁਤ ਵਧੀਆ ਆ, ਇਹ ਤਾਂ ਗੱਲਾਂ ਬੜੀਆਂ ਵਧੀਆ ਕਰਦੇ ਆ। ਉਹ ਕਾਹਤੇ ਵਧੀਆ ਲੱਗਣੇ? ਕਰਕੇ ਉਹ ਜਿਸਮਾਨੀ ਗੱਲਾਂ ਕਰਦੇ ਆ, ਉਹ ਜਿਸਮ ਦੀਆਂ ਖੁਆਇਸ਼ਾਂ ਨੂੰ ਪੂਰੀਆਂ ਕਰਨ ਵਾਲੀਆਂ ਗੱਲਾਂ ਕਰਦੇ ਆ। ਪਰ ਤੁਸੀਂ ਦੇਖਿਓ ਜਿਹੜੇ ਪਵਿੱਤਰ ਬਾਈਬਲ ਦੇ ਵਿੱਚ ਨਬੀ ਹੋਏ ਆ, ਉਹ ਜਿਸਮਾਨੀ ਖੁਆਇਸ਼ਾਂ ਦੇ ਪੂਰੇ ਹੋਣ ਦੀਆਂ ਗੱਲਾਂ ਹੀ ਨਹੀਂ ਕੀਤੀਆਂ। ਉਹਨਾਂ ਨੇ ਗੱਲਾਂ ਕੀਤੀਆਂ ਰੂਹ ਦੀਆਂ, ਉਹਨਾਂ ਨੇ ਗੱਲਾਂ ਕੀਤੀਆਂ ਸਾਡੇ ਅੰਦਰ ਦੀਆਂ, ਉਹਨਾਂ ਨੇ ਗੱਲਾਂ ਕੀਤੀਆਂ ਪਰਮੇਸ਼ਵਰ ਦੇ ਨਾਲ ਜੁੜਨ ਦੀਆਂ, ਉਹਨਾਂ ਨੇ ਗੱਲਾਂ ਕੀਤੀਆਂ ਵੀ ਤੁਹਾਡੇ ਪਾਪ ਵੱਧ ਗਏ ਆ, ਤੌਬਾ ਕਰ ਲਓ। ਤੁਹਾਨੂੰ ਪਤਾ ਪਿਛਲਿਆਂ ਸਮਿਆਂ ਦੇ ਵਿੱਚ ਜਦੋਂ ਨਬੀ ਹੁੰਦੇ ਸੀਗੇ ਪਰਮੇਸ਼ਵਰ ਦੇ, ਬਹੁਤ ਥੋੜੇ ਹੁੰਦੇ ਸੀਗੇ। ਕਈ ਸਟੇਟਸ ਦਾ ਇੱਕ ਹੀ ਨਬੀ ਠਹਿਰਾਇਆ ਜਾਂਦਾ ਸੀ, ਤੇ ਫਿਰ ਉਹਨਾਂ ਨੂੰ ਲੱਭਿਆ ਜਾਂਦਾ ਸੀ। ਰਾਜੇ ਆਪਣੇ ਹਲਕਾਰਿਆਂ ਨੂੰ ਭੇਜਦੇ ਸੀਗੇ ਵੀ ਜਾਓ ਨਬੀਆਂ ਨੂੰ ਲੱਭ ਕੇ ਲਿਆਓ, ਤੇ ਉਹਨਾਂ ਤੋਂ ਜੇ ਲੜਾਈ ਲੜਨੀ ਉਹਨਾਂ ਨੂੰ ਪੁੱਛਦੇ ਸੀ। ਉਹ ਜਾਣਦੇ ਸੀ ਕਿ ਪਰਮੇਸ਼ਵਰ ਵੱਲੋਂ, ਤੇ ਉਹ ਫਿਰ ਉਹਨਾਂ ਨੂੰ ਪੁੱਛਦੇ ਹੁੰਦੇ ਸੀ ਵੀ ਤੁਸੀਂ ਆਪਣੇ ਰੱਬ ਨੂੰ ਪੁੱਛ ਕੇ ਦੱਸੋ ਵੀ ਅਸੀਂ ਇਸ ਲੜਾਈ ਵਿੱਚ ਜਿੱਤਾਂਗੇ ਕਿ ਹਾਰਾਂਗੇ। ਤੇ ਫਿਰ ਨਬੀ ਪ੍ਰਾਰਥਨਾਵਾਂ ਕਰਕੇ ਉਹਨਾਂ ਨੂੰ ਦੱਸਦੇ ਸੀਗੇ। ਤੇ ਜਿਹੜੇ ਰਾਜੇ ਸੱਚੀ ਈਮਾਨ ਰੱਖਦੇ ਸੀ, ਜੇ ਪਰਮੇਸ਼ਵਰ ਦੀ ਆਵਾਜ਼ ਆਉਂਦੀ ਸੀ ਲੜੋ, ਤੇ ਉਹ ਲੜਦੇ ਸੀ। ਜੇ ਪਰਮੇਸ਼ਵਰ ਦੀ ਆਵਾਜ਼ ਆਉਂਦੀ ਸੀ ਠਹਿਰ ਜਾਓ, ਫਿਰ ਉਹ ਲੜਦੇ ਨਹੀਂ ਸੀ, ਫਿਰ ਠਹਿਰ ਜਾਂਦੇ ਸੀ। ਪਰ ਕੁਝ ਰਾਜੇ ਇਦਾਂ ਵੀ ਹੋਏ ਜਿਨ੍ਹਾਂ ਨੇ ਉਹਨਾਂ ਨਬੀਆਂ ਨੂੰ ਨਹੀਂ ਪੁੱਛਿਆ, ਉਹ ਉਹਨਾਂ ਨਬੀਆਂ ਨੂੰ ਰੀਚ ਕਰਦੇ ਸੀ ਜਿਹੜੇ ਆਪਣੇ ਮਨ ਦੀਆਂ ਗੱਲਾਂ ਕਰਨ ਤੇ ਰਾਜਿਆਂ ਨੂੰ ਬਲੈਸਿੰਗਸ ਦੇਣ। ਤੇ ਫਿਰ ਉਹਨਾਂ ਨਬੀਆਂ ਨੇ ਕੀ ਕਰਨਾ? ਕ੍ਰੋਧ ਦੀਆਂ ਗੱਲਾਂ ਨਹੀਂ ਦੱਸਣੀਆਂ ਵੀ ਪ੍ਰਭੂ ਦਾ ਤੁਹਾਡੇ ਉੱਤੇ ਕ੍ਰੋਧ ਆ, ਤੇਰੇ ਪਾਪ ਵੱਧ ਗਏ, ਤੈਨੂੰ ਇਦਾਂ ਨਹੀਂ ਕਰਨਾ ਚਾਹੀਦਾ, ਇਦਾਂ ਨਹੀਂ ਕਰਨਾ ਚਾਹੀਦਾ। ਉਹ ਨਬੀ ਰਾਜੇ ਕੋਲੋਂ ਇਨਾਮ ਪਾਉਣ ਨੂੰ ਤੇ ਰਾਜੇ ਦੀ ਨਜ਼ਰ 'ਚ ਉੱਚੇ ਬਣਨ ਨੂੰ ਉਹਦੀਆਂ ਸਿਫਤਾਂ ਕਰਦੇ ਸੀ। ਉਦਾਂ ਹੀ ਕਹਿ ਦਿੰਦੇ ਸੀ ਜਾ ਕੁਛ ਨਹੀਂ ਹੋਣਾ, ਤੂੰ ਜਿੱਤ ਜਾਣਾ ਆ। ਫਿਰ ਰਾਜਾ ਹਾਰ ਜਾਂਦਾ ਸੀਗਾ, ਉਹ ਵੱਡੇ ਟੁੱਕੇ ਜਾਂਦੀ ਸੀ ਉਹਦੀ ਸਾਰੀ ਪਰਜਾ। ਪਰ ਇਹ ਚੀਜ਼ਾਂ ਤੁਹਾਨੂੰ ਸਮਝ ਆਉਣੀਆਂ ਜੇ ਤੁਸੀਂ ਪਰਮੇਸ਼ਵਰ ਦਾ ਵਚਨ ਪੜ੍ਹੋਗੇ। ਪਰ ਇੱਥੇ ਵਚਨ ਦੇ ਵਿੱਚ ਲਿਖਿਆ
बहुत उठे होए आ। तुहानू किद्दां पछाण होनी है? जे तां ओह तुहाडे आत्मा नू बचाउण दे लई गल्लां करदे आ, फिर ओह परमेश्वर दे वल्लों आ। ते जे ओह तुहाडी आत्मा दा ख्याल कीते बिना सिर्फ तुहानू तुहाडे कन्नां नू स्वाद देण वालीआं गल्लां करदे आ, तुहाडीआं अखां नू जिहड़ियां चीज़ां सोहणीआं लगदियां ओहदे सुपने विखाउण वालीआं गल्लां करदे आ, फिर ओह अपने मन दीआं गल्लां करदे आ। इदां आपां सियाण कर सकदे आ। पर तुहानू पता, जे आपां नू कोई सच्चा नबी मिले ते ओह आण के गल करे अपने नाल कि परमेश्वर दा क्रोध आ तेरे उत्ते, उदों आपां नू लाटां छड्डण दी लोड़ नहीं आ, उदों आपां नू गुस्सा करन दी लोड़ नहीं आ। इहदा मतलब आ हुण साडे उत्ते किरपा हो सकदी आ। जदों नबी शाऊल राजे दे कोल गया, राजा उच्ची थां ते सीगा, उन्हें कहा कि तू हुण परमेश्वर दी इच्छा तो बाहर चलना शुरू कर दिता है, ते परमेश्वर ने हुण तेथों ये राज जिहड़ा आ ये लै लेना है। शाऊल ने इस गल उत्ते गौर नहीं किया। उन्हें की कहा, कहंदा नबी नूं कहंदा तू पहाड़ी तो मेरे नाल ही थल्ले नूं चली, लोकां नूं इदां ना लगे जिद्दां आपां वखरे हो गए हैं। उन्हें किहड़ी चीज़ दा गौर किया? लोकां दा गौर किया भी लोकां दी नज़र च इदां ही लगे तू ते मैं हले इक्को ही रलदी अपनी। पर उस वेले उन्होंने राजे नूं की करन दी जरूरत सीगी? रिपेंटेंस विच आउण दी, क्योंकि परमेश्वर वफादार परमेश्वर है। जे राजा गोडियां भार हो जाता उदों ही उन्होंने कहंदा नबी नूं, हे परमेश्वर दे जन, हे परमेश्वर दे बंदे, मैं भी तौबा करदा, तू मेरे लिए खुदा अगे सिफारिश कर, परमेश्वर अगे सिफारिश कर कि वह मेरे गुनाह नूं बख्श दे। मैनू कोई राह पुछ के दस कि परमेश्वर दा आत्मा तेरे नाल गल करे ते मैं उस राह ते चलना, मैं वो काम करा, मैं वो बलिदान देवां, मैं तप्पड़ पा लवां, मैं सुआह पा लवां अपने उत्ते, पर परमेश्वर दा क्रोध मेरे उत्ते ना आवे। परमेश्वर ने उन्होंने बख्श देना सी, पर उन्हें इदां कीता नहीं। उन्हें ये सोचा लोकां नूं बस लगना चाहिए भी नबी ते मैं इक्को ही हाँ। इसलिए जदों असी प्रॉब्लम दे विच इदां ना शो करो लोकां नूं बई प्रॉब्लम है नहीं गी, असी बहुत खुश हाँ। झूठी खुशी का विखावा ना करो, झूठे झूठे अमीर होने का विखावा ना करो। मैं कई बारी मैं तुहानूं एक सच्ची गल दसदी हाँ। कई बारी की हुंदा, दिल करदा हुंदा किसी जरूरतमंद की मदद करो चर्च दे विच, कि किसी नूं कपड़े देण नूं, किसी नूं ब्लैंकेट देण नूं, किसी भी तरीके नाल। तां एक दो बारी की होया, मैं घरे जाके अपने मदर इन लॉ नाल गल कीती। मैं कहा मम्मी जी मैनूं लगदा ही नहीं अपनी चर्च च कोई जरूरतमंद आउंदा आ, क्योंकि मैं जिन्हों देखदी वो मैनूं मेरे नालों स्टैप अप ही देखदा है। रब करे इदां ही हो जाए प्रभु यीशु मसीह दे नाम दे विच। पर असी कई बारी साडे हालातां नूं दूजे दे अगे बहुत ढक के रखदे हैं, और उहदे उत्ते कई बारी पर्दा पाउणा सही हुंदा, पर कई बारी असी इन्ना क पर्दा पा दिंदे आ कि असी अपनी बरकत लैनी जिहड़ी आ ना ओह गवा लैने आ, बरकत लैण दे समय नूं गवा लैने आ। असी गुनाहगार हुंदिआं धर्मियां वाला बाणा पा के तुर पैंदे, गल्लां बहुत तकड़ियां तकड़ियां करनियां, वचन च इदां लिखिआ, वचन च इदां लिखिआ, जिंदगी च वचन ही नहीं हुंदा। कई बारी घर च खाण नूं नहीं हुंदा, तुसी किसी नाल गल कर रहे, मैं तो लंगर लाउंदा आ, मैं तो महीने च एक बारी चैरिटी करदा आ। हुण फर्ज रख लो तुसी मेरे कोले इदां गल करो, अगर तो सच्ची कर रहे प्रभु तुहानूं 7 टाइम ब्लैस करे। पर अगर तुसी फुकरापन कर रहे हैं, तुसी उदां ही मूँह जबानी कर रहे हैं, तो जे मेरा मन बनिया होवे कि मैं तुहानूं ब्लैस करा जां किसी होर दा मन, तो फिर उन्हें कहना इनू रहन दो, किसी होर नूं ब्लैस कर दे, तो लंगर लाउण दी ब्लैसिंग है इहदे कोल। उन्हें कहना शायद मैनूं ही सुनन च कोई दिक्कत होई, तो तुहाडी गल दा करके तुहाडी बरकत गुआच गई। पर कई बारी तुहाडे कोले हुंदिआं सुंदिआं भी तुसी ना करन लग जांदे आ, बई होर मिल जवे,
ਤਾਂ ਜਦੋਂ ਤੁਸੀਂ ਦਿੱਤੇ ਹੋਏ ਦਾ ਇਨਕਾਰ ਕਰਦੇ ਆ ਫਿਰ ਦਿੱਤਾ ਹੋਇਆ ਖਤਮ ਹੋਣ ਲੱਗ ਜਾਂਦਾ ਆ। ਇਸ ਲਈ ਪਰਮੇਸ਼ਵਰ ਵਿੱਚ ਵਾਇਸ ਹੋ ਕੇ ਚੱਲਣਾ ਆ, ਬੁੱਧੀ ਨਾਲ ਚੱਲਣਾ, ਸਿਆਣੇ ਹੋ ਕੇ ਚੱਲਣਾ ਆ। ਔਰ ਜਦੋਂ ਵੀ ਮੁਸ਼ਕਿਲ ਹਾਲਾਤਾਂ ਦੇ ਵਿੱਚ ਆ ਔਰ ਤੁਹਾਨੂੰ ਕੋਈ ਜਣਾ ਇਹ ਕਹਿ ਦੇਵੇ, ਕਈ ਵਾਰੀ ਕੁਝ ਸੰਗਤ ਦੇ ਮੈਂਬਰਸ ਗੁੱਸਾ ਕਰ ਜਾਂਦੇ ਆ, ਕਿਹੜੀ ਗੱਲ ਦਾ? ਜੇ ਉਹਨਾਂ ਨੂੰ ਇਹ ਕਹਿ ਦਿੱਤਾ ਜਾਏ ਤੁਸੀਂ ਆਪਣਾ ਸੁਧਾਰ ਕਰੋ, ਬਿਮਾਰੀਆਂ ਦੂਰ ਹੋ ਜਾਣਗੀਆਂ। ਮੈਨੂੰ ਜਾਪਦਾ ਨਹੀਂ ਬਈ ਤੁਹਾਡੇ ਕੁਹਾੜੀ ਵੱਜ ਗਈ ਆ, ਮੈਨੂੰ ਜਾਪਦਾ ਨਹੀਂ ਤੁਹਾਡੇ ਉੱਤੇ 15-20 ਕਿਲੋ ਦਾ ਪੱਥਰ ਸੁੱਟਿਆ ਗਿਆ ਆ। ਜੇ ਕਿਸੇ ਨੂੰ ਇਹ ਕਹਿ ਦਿੱਤਾ ਜਾਏ ਤੂੰ ਰੈਗੂਲਰ ਪ੍ਰਾਰਥਨਾ ਵਿੱਚ ਬੈਠ, ਪ੍ਰਭੂ ਨੇ ਤੇਰੇ ਦੁੱਖ ਦੂਰ ਕਰ ਦੇਣੇ। ਜੇ ਕਿਸੇ ਨੂੰ ਇਹ ਕਹਿ ਦਿੱਤਾ ਜਾਏ ਪ੍ਰਾਰਥਨਾ ਕਰਕੇ ਪੁੱਛ ਪਾਕ ਰੂਹ ਤੋਂ ਕਿ ਮੇਰੇ ਅੰਦਰ ਕਿਹੜੀ ਗਲਤੀ ਆ ਜਿਹਨੂੰ ਮੈਂ ਦੂਰ ਕਰਾਂ ਕਿ ਮੇਰਾ ਦੁੱਖ ਮੈਨੂੰ ਛੱਡ ਕੇ ਚਲਿਆ ਜਾਏ, ਮੈਂ ਤੁਹਾਨੂੰ ਸੱਚੀ ਦੱਸਾਂ ਜਿਹਨੂੰ ਇਦਾਂ ਕਹੀਦਾ ਉਹ ਚਰਚ ਤਾਂ ਛੱਡ ਕੇ ਚਲਿਆ ਜਾਂਦਾ, ਦੁੱਖ ਭਾਵੇਂ ਆਪਣੇ ਨਾਲ ਹੀ ਰੱਖੇ। ਪਰ ਸਾਨੂੰ ਆਪਣੇ ਅੰਦਰ ਸੁਧਾਰ ਲੈ ਕੇ ਆਉਣ ਦੀ ਜ਼ਰੂਰਤ ਆ। ਉਹ ਕਿਉਂ ਛੱਡ ਕੇ ਚਲਿਆ ਜਾਂਦਾ? ਕਿ ਇਹਨੂੰ ਤਾਂ ਪਤਾ ਲੱਗ ਗਿਆ ਮੇਰੇ ਅੰਦਰ ਗਲਤੀ ਆ, ਹੁਣ ਪਤਾ ਨਹੀਂ ਮੈਂ ਇਹਦੀ ਨਜ਼ਰ 'ਚ ਕਿੱਡਾ ਕੁ ਵੱਡਾ ਗੁਨਾਹਗਾਰ ਬਣ ਗਿਆ ਆ। ਉਹ ਐਨ ਸ਼ਾਉਲ ਵਾਂਗ ਹੀ ਕਰਦਾ ਆ ਵੀ ਉਹ ਕਹਿੰਦਾ ਪੜਦਾ ਹੀ ਪਿਆ ਰਵੇ ਮੇਰੇ ਪਾਪ ਦੇ ਉੱਤੇ ਪਰ ਧੋ ਨਾ ਹੋਵੇ। ਪਰ ਜੇ ਆਪਾਂ ਨੂੰ ਕੋਈ ਪਰਮੇਸ਼ਵਰ ਦਾ ਜਨ ਇਦਾਂ ਕਹੇ ਕਿ ਤੌਬਾ ਕਰ ਲੋ, ਪ੍ਰਭੂ ਤੋਂ ਪੁੱਛੋ ਕਿ ਮੈਨੂੰ ਮੇਰੇ ਜੀਵਨ 'ਚ ਕਿਹੜਾ ਸੁਧਾਰ ਕਰਨ ਦੀ ਜ਼ਰੂਰਤ ਆ, ਪ੍ਰਭੂ ਤੋਂ ਆਪਣੀਆਂ ਗਲਤੀਆਂ ਬਾਰੇ ਪੁੱਛੋ, ਰਿਪੈਂਟੈਂਸ ਦੇ ਵਿੱਚ ਜਾਓ, ਮਾਫੀ ਵੱਲ ਨੂੰ ਜਾਓ। ਜੇ ਮਾਫੀ ਮੰਗਣ ਦੇ ਨਾਲ ਤੁਹਾਡੇ ਦੁੱਖ ਤੁਹਾਨੂੰ ਛੱਡ ਕੇ ਚਲੇ ਜਾਣ, ਮਾਫੀ ਮੰਗਣੀ ਸੌਖੀ ਆ ਕਿ ਸਰਜਰੀ ਕਰਾਉਣੀ ਸੌਖੀ ਆ? ਪ੍ਰਾਰਥਨਾ ਕਰਨੀ ਸੌਖੀ ਆ ਕਿ ਆਪਰੇਸ਼ਨ ਕਰਾਉਣੇ ਸੌਖੇ ਆ? ਪ੍ਰਾਰਥਨਾ ਕਰਨੀ ਸੌਖੀ ਕਿ ਖੱਤੇ ਵੇਚ ਕੇ ਇਲਾਜ ਕਰਾਉਣਾ ਸੌਖਾ ਆ? ਤਾਂ ਪ੍ਰਾਰਥਨਾ ਕਰਨੀ ਸੌਖੀ ਆ, ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਜਾਣਾ ਸੌਖਾ ਆ, ਪਰਮੇਸ਼ਵਰ ਦੇ ਅੱਗੇ ਝੁਕਣਾ ਸੌਖਾ ਕਿ ਰਿਸ਼ਤੇਦਾਰਾਂ ਕੋਲੋਂ ਪੈਸੇ ਮੰਗਣ ਲਈ ਝੁਕਣਾ ਸੌਖਾ ਆ? ਤੁਸੀਂ ਜਦੋਂ ਰਿਸ਼ਤੇਦਾਰਾਂ ਕੋਲੋਂ ਮੰਗ ਕੇ ਇਲਾਜ ਕਰਾਉਂਦੇ ਹੋ, ਜਦੋਂ ਮਰਜ਼ੀ ਤੁਹਾਨੂੰ ਲਾਮਾ ਦੇ ਸਕਦੇ ਆ, ਪਰ ਜਦੋਂ ਤੁਸੀਂ ਮਾਫੀ ਮੰਗ ਕੇ ਆਪਣਾ ਇਲਾਜ ਪਰਮੇਸ਼ਵਰ ਤੋਂ ਕਰਾਉਨੇ, ਉਹ ਕਦੀ ਲਾਮਾ ਨਹੀਂ ਦਿੰਦਾ। ਚੇਤੇ ਰੱਖਿਓ ਇਸ ਗੱਲ ਨੂੰ। ਇਸ ਲਈ ਖੁਸ਼ੀ ਦੇ ਵਿੱਚ ਵੀ ਪਹਿਲਾਂ ਪਰਮੇਸ਼ਵਰ ਦੇ ਅੱਗੇ ਝੁਕ ਜਾਓ, ਪ੍ਰਭੂ ਧੰਨਵਾਦ ਤੁਸੀਂ ਇਹ ਖੁਸ਼ੀਆਂ ਦਿੱਤੀਆਂ, ਇਹ ਖੁਸ਼ੀਆਂ ਬਣੀਆਂ ਰਹਿਣ। ਦੁੱਖ ਆਇਆ ਪਰਮੇਸ਼ਵਰ ਦੇ ਅੱਗੇ ਜਾਓ, ਝੁਕ ਜਾਓ, ਪ੍ਰਭੂ ਇਸ ਦੁੱਖ ਤੋਂ ਸਾਨੂੰ ਬਰੀ ਕਰੋ, ਸਾਡੇ ਗੁਨਾਹ ਸਾਨੂੰ ਮਾਫ ਕਰੋ। ਕੁਝ ਸਮਝ ਨਹੀਂ ਆ ਰਹੀ, ਪਰਮੇਸ਼ਵਰ ਦੇ ਅੱਗੇ ਜਾਓ, ਅਗਵਾਈ ਮੰਗੋ ਪਰਮੇਸ਼ਵਰ ਦੀ, ਪ੍ਰਭੂ ਜੀ ਸਾਡੀ ਅਗਵਾਈ ਕਰੋ, ਪਾਕ ਰੂਹ ਜੀ ਸਾਡੀ ਮਦਦ ਕਰੋ, ਸਾਨੂੰ ਡਾਇਰੈਕਸ਼ਨ ਦਿਓ, ਅਸੀਂ ਕਿੱਧਰ ਨੂੰ ਜਾਣਾ ਆ, ਕਿੱਦਾਂ ਇਸ ਸਮੱਸਿਆ ਚੋਂ ਬਾਹਰ ਆਉਣਾ ਆ। ਹਰ ਹਾਲਾਤ ਦੇ ਵਿੱਚ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾਣਾ ਸਿੱਖੋ। ਔਰ ਨਵੇਂ ਵਰੇ ਵਿੱਚ ਇਹ ਕੰਮ ਤੁਸੀਂ ਕਰਨੇ ਆ। ਨਵੇਂ ਵਰੇ ਦੇ ਵਿੱਚ ਇਹ ਤੁਹਾਡੀ ਆਦਤ ਬਣ ਜਾਏ, ਨਵੇਂ ਵਰੇ ਦੇ ਵਿੱਚ ਤੁਹਾਡਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਨਵਾਂ ਹੋ ਜਾਏ, ਤੁਹਾਡੀ ਨੇੜਤਾ, ਤੁਹਾਡੀ ਗੂੜਤਾ ਵੱਧ ਜਾਏ ਪਰਮੇਸ਼ਵਰ ਦੇ ਨਾਲ। ਔਰ ਤੁਹਾਨੂੰ ਹੋਰ ਕੁਝ ਚੇਤੇ ਰਹੇ ਨਾ ਰਹੇ, ਪਰ ਤੁਹਾਨੂੰ ਯਾਦ ਰਹੇ ਕਿ ਮੈਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾਣਾ ਆ, ਮੈਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠਣਾ ਆ। ਮਤਲਬ ਤੁਹਾਡੇ ਅੰਦਰ ਪਰਮੇਸ਼ਵਰ ਦਾ ਸਿਮਰਨ ਚੱਲਦਾ ਰਹੇ, ਪਰਮੇਸ਼ਵਰ ਦੀ ਆਵਾਜ਼ ਚੱਲਦੀ ਰਹੇ, ਤੁਹਾਡੀ ਕਨੈਕਸ਼ਨ ਪਰਮੇਸ਼ਵਰ ਦੇ ਨਾਲ ਜੁੜੀ ਰਹੇ। ਨਹੀਂ ਤੇ ਚੇਤੇ ਰੱਖਿਓ ਸਮੇਂ ਬੜੇ ਹੀ ਭਿਆਨਕ ਆਉਣ ਵਾਲੇ ਆ। ਜੇ ਉਹਨਾਂ ਸਮਿਆਂ ਦੀ ਮਾਰ ਤੋਂ ਬਚਣਾ ਆ ਤਾਂ ਤੁਹਾਨੂੰ ਆਪਣਾ ਕਨੈਕਸ਼ਨ ਪਰਮੇਸ਼ਵਰ ਨਾਲ ਬਿਲਡ ਕਰਨਾ ਪਊਗਾ। ਐਵਰੀਡੇ ਮਾਰਨਿੰਗ ਦੀ ਪ੍ਰੇਅਰ ਕਿੰਨੇ ਜਣੇ ਸੁਣਦੇ ਆ ਜਿਹੜੀ ਹੁਣ ਜਾਂਦੀ ਆ? ਤੁਸੀਂ ਬਹੁਤ ਥੋੜੇ ਆ। YouTube ਤੇ ਐਵਰੀਡੇ 8:30 ਵਜੇ ਪ੍ਰੇਅਰ ਲੋਡ ਕੀਤੀ ਜਾਂਦੀ ਆ ਔਰ ਉਹਦੇ ਤੇ ਕਈ ਵਾਰੀ ਪ੍ਰੋਫੈਟਿਕ ਵਰਡਸ ਰਿਲੀਜ਼ ਕੀਤੇ ਜਾਂਦੇ ਆ, ਪ੍ਰਾਰਥਨਾ ਕੀਤੀ ਜਾਂਦੀ, ਕਈ ਵਾਰੀ 2-4 ਮਿੰਟ ਦਾ ਛੋਟਾ ਜਿਹਾ ਮੈਸੇਜ ਦਿੱਤਾ ਜਾਂਦਾ, ਕਈ ਵਾਰੀ ਵਾਰਨਿੰਗਸ ਵੀ ਦਿੱਤੀਆਂ ਜਾਂਦੀਆਂ ਆ। ਤੁਸੀਂ ਉਹਦੇ ਨਾਲ ਜ਼ਰੂਰ, ਮੈਂ ਇਹ ਕਹਿੰਦੀ ਕਿ ਤੁਸੀਂ ਉਹਦੇ ਰਾਹੀਂ ਪਰਮੇਸ਼ਵਰ ਨਾਲ ਜ਼ਰੂਰ ਬਣੇ ਰਹੋ। ਤੁਸੀਂ ਉੱਥੇ ਮੇਰੀ ਆਵਾਜ਼ ਨੂੰ ਨਹੀਂ, ਪਰ ਤੁਸੀਂ ਜ਼ਰੂਰ ਪਾਕ ਰੂਹ ਦੀ ਆਵਾਜ਼ ਨੂੰ ਸੁਣੋਗੇ, ਕਿਉਂਕਿ ਉਹ ਪਾਕ ਰੂਹ ਦੇ ਦੁਆਰਾ ਜਿਹੜਾ ਆ ਉਹ ਨਵੇਂ ਸਿਰਿਓਂ ਪ੍ਰੋਗਰਾਮ ਜਿਹੜਾ ਆ ਉਹ ਸਟਾਰਟ ਕੀਤਾ ਗਿਆ ਆ। ਔਰ ਮੈਂ ਯਕੀਨ ਕਰਦੀ ਹਾਂ ਕਿ ਅਗਰ ਤੁਸੀਂ ਉਹਦੇ ਨਾਲ ਬਣੇ ਰਹੋਗੇ ਤਾਂ ਬਹੁਤ ਛੇਤੀ ਤੁਸੀਂ ਜਿਹੜੇ ਆ ਹਾਲਾਤਾਂ ਨੂੰ ਸਮਝਣ ਵਾਲੇ ਹੋ ਜਾਓਗੇ ਔਰ ਉਹਦੇ ਅਕੋਰਡਿੰਗਲੀ ਤੁਸੀਂ ਇੱਕ ਮੋੜ ਲੈ ਸਕਦੇ ਆ। ਹਾਲੇਲੂਇਆ।
इसलिए अज जिहड़ा आ तौबा दा दिन आ, पश्चाताप दा दिन आ। पश्चाताप हुंदा की आ? पश्चाताप पता की हुंदा? जिद्दां कोई गलती होई, फिर आपां नूं समझ आ गई गलती, फिर आपां की कहदे इदां नहीं सी होना चाहिदा। एक ठंडा साह भरना, लंबा साह भर के रियलाइज करना इदां नहीं सी होना चाहिदा। ਉਹਨੂੰ ਕਹਿੰਦੇ ਪਛਤਾਵਾ, ਪਛਤਾਤਾਪ। ਤੇ ਜਿਹੜੀਆਂ ਚੀਜ਼ਾਂ ਤੇ ਤੁਹਾਨੂੰ ਇਦਾਂ ਸਾਹ ਆਵੇ, ਜਿਹੜੀਆਂ ਚੀਜ਼ਾਂ ਤੇ ਤੁਹਾਨੂੰ ਇਦਾਂ ਸੋਚ ਆਏ ਮੇਰੀ ਜ਼ਿੰਦਗੀ 'ਚ ਮੈਨੂੰ ਇਹ ਨਹੀਂ ਸੀ ਕਰਨਾ ਚਾਹੀਦਾ, ਇਹ ਨਹੀਂ ਸੀ ਹੋਣਾ ਚਾਹੀਦਾ, ਮੈਂ ਇਦਾਂ ਨਹੀਂ ਸੀ ਕਰਨਾ, ਮੈਂ ਇਦਾਂ ਦਾ ਨਹੀਂ ਸੀ ਬਣਨਾ, ਉਦੋਂ ਪਛਤਾਤਾਪ ਕਰਨ ਦੇ ਲਈ ਪਰਮੇਸ਼ਵਰ ਦੇ ਹਜ਼ੂਰੀ ਵਿੱਚ ਝੁਕੋ, ਗੋਡਿਆਂ ਤੇ ਜਾਓ। ਔਰ ਜ਼ਰੂਰ ਵਚਨ ਦੇ ਵਿੱਚ ਲਿਖਿਆ ਉਹ ਵਫਾਦਾਰ ਤੇ ਧਰਮੀ ਆ, ਤੇ ਉਹ ਜ਼ਰੂਰ ਕੀ ਕਰੂਗਾ? ਬਖਸ਼ ਦੇਊਗਾ ਤੇ ਸ਼ੁੱਧ ਵੀ ਕਰੂਗਾ। ਦੂਜਾ ਇਤਿਹਾਸ ਉਹਦਾ 7 ਨੰਬਰ ਅਧਿਆਇ ਤੇ ਉਹਦੀ 14 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ, ਅਤੇ ਜੇ ਮੇਰੀ ਪ੍ਰਜਾ ਜੋ ਮੇਰੇ ਨਾਮ ਤੇ ਅਖਵਾਉਂਦੀ ਹੈ ਅਧੀਨ ਹੋ ਕੇ ਪ੍ਰਾਰਥਨਾ ਕਰੇ ਅਤੇ ਮੇਰੇ ਦਰਸ਼ਨ ਦੀ ਚਾਹਵੰਦ ਹੋਵੇ ਅਤੇ ਆਪਣੇ ਭੈੜੇ ਰਾਹ ਤੋਂ ਮੁੜੇ, ਤਾਂ ਮੈਂ ਸੁਰਗ ਉੱਤੋਂ ਸੁਣ ਕੇ ਉਹਨਾਂ ਦੇ ਪਾਪ ਖਿਮਾ ਕਰਾਂਗਾ ਅਤੇ ਉਹਨਾਂ ਦੇ ਦੇਸ਼ ਨੂੰ ਬਹਾਲ ਕਰ ਦਿਆਂਗਾ। ਹਾਲੇਲੂਇਆ। ਹੁਣ ਇਹ ਸਾਰੀ ਸ਼ਕਤੀ ਕਿਹੜੀ ਚੀਜ਼ ਦੀ ਆ? ਤੌਬਾ ਦੀ ਆ, ਪਛਤਾਤਾਪ ਦੀ ਇਹ ਸ਼ਕਤੀ ਆ। ਵਚਨ 'ਚ ਲਿਖਿਆ ਜੇ ਮੇਰੀ ਪ੍ਰਜਾ ਜੋ ਮੇਰੇ ਨਾਮ ਤੋਂ ਅਖਵਾਉਂਦੀ ਆ। ਜਿਹੜੇ ਲੋਕੀ ਇਹ ਅਖਵਾਉਂਦੇ ਅਸੀਂ ਪਰਮੇਸ਼ਵਰ ਦੇ ਲੋਕ ਆ, ਅਸੀਂ ਪਰਮੇਸ਼ਵਰ ਦੇ ਧੀਆਂ ਪੁੱਤਰ ਆ, ਅਸੀਂ ਪ੍ਰਭੂ ਯਿਸੂ ਮਸੀਹ ਦੇ ਚੇਲੇ ਆ, ਜਿਹੜੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਅਖਵਾਉਂਦੇ ਆ, ਕਹਿੰਦਾ ਕਿੱਦਾਂ? ਅਧੀਨ ਹੋ ਕੇ, ਆਕੜ ਕੇ ਨਹੀਂ ਕਿ ਲੈ ਵੀ ਪ੍ਰਭੂ ਤੂੰ ਕਹਿੰਦਾ ਸੀ ਮਾਫੀ ਮੰਗ ਲੈ, ਆ ਗਿਆ ਚਰਚ 'ਚ ਮੰਗ ਲਈ ਮਾਫੀ, ਹੁਣ ਕਰਦੇ ਜੋ ਕਰਨਾ। ਜੇ ਮੰਗਤਾ ਤੁਹਾਡੇ ਅੱਗੇ ਆਣ ਕੇ ਇਦਾਂ ਕਵੇ ਲੈ ਵੀ ਮੈਂ ਹੀ ਮੰਗਤਾ, ਹੁਣ ਦੱਸ ਵੀ ਤੂੰ ਕਿੱਡਾ ਕੁ ਅਮੀਰ ਆ, ਕੱਢ ਵੱਡਾ ਸਾਰਾ ਨੋਟ, ਤੁਸੀਂ ਕੀ ਕਰੋਗੇ? ਇੱਥੋਂ ਲਿਆ ਕੇ ਵੱਡਾ ਨੋਟ ਛਾਪ ਹੀ ਦੇਣਾ, ਕਹਿਣਾ ਪੱਕਾ ਹੀ ਲੈ। ਤਾਂ ਮੰਗਣਾ ਵੀ ਆਉਣਾ ਚਾਹੀਦਾ ਆ, ਅਧੀਨਗੀ ਦੇ ਵਿੱਚ ਆ ਕੇ, ਨਮਰ ਹੋ ਕੇ, ਹਲੀਮੀ ਦੇ ਨਾਲ। ਕਹਿੰਦਾ ਜਿਹੜੀ ਮੇਰੀ ਪ੍ਰਜਾ ਆ, ਮੇਰੇ ਨਾਮ ਤੋਂ ਅਖਵਾਉਂਦੀ ਆ, ਮੇਰੇ ਨਾਮ ਦੇ ਸਦਾਉਂਦੇ ਆ, ਉਹ ਅਧੀਨ ਹੋ ਕੇ ਪ੍ਰਾਰਥਨਾ ਕਰੇ, ਪਰਮੇਸ਼ਵਰ ਅੱਗੇ ਝੁਕ ਕੇ, ਪਰਮੇਸ਼ਵਰ ਜੀ ਦੀ ਅਧੀਨਗੀ ਦੇ ਵਿੱਚ ਰਹਿ ਕੇ ਆਗਿਆਕਾਰੀ ਕਰਦਿਆਂ ਹੋਇਆਂ ਪ੍ਰਾਰਥਨਾ ਕਰੇ ਅਤੇ ਮੇਰੇ ਦਰਸ਼ਨ ਦੀ ਚਾਹਵੰਦ ਹੋਵੇ। ਉਹਨਾਂ ਦੇ ਅੰਦਰ ਚਾਹਤ ਕਿਹਦੀ ਹੋਣੀ ਚਾਹੀਦੀ ਆ? ਪਰਮੇਸ਼ਵਰ ਦੇ ਦਰਸ਼ਨ ਦੀ। ਉਹਨਾਂ ਦੇ ਅੰਦਰ ਆਤਮਿਕ ਭੁੱਖ ਤੇ ਪਿਆਸ ਹੋਏ। ਸਿਰਫ ਇਸ ਲਈ ਮਾਫੀ ਨਹੀਂ ਮੰਗੇ ਕਿ ਮੈਨੂੰ ਨਵਾਂ ਘਰ ਮਿਲ ਜੂਗਾ, ਮੈਨੂੰ ਨਵੀਂ ਗੱਡੀ ਮਿਲ ਜੂਗੀ, ਇਸ ਲਈ ਮਾਫੀ ਮੰਗਣੀ ਆ, ਮੈਂ ਜਿਉਂਦਾ ਰਹੂੰਗਾ, ਮੈਂ ਆਪਣੇ ਪੋਤੇ ਦੋਤੇ ਦੇਖਣੇ ਆ, ਸਿਰਫ ਇਸ ਲਈ ਮਾਫੀ ਮੰਗਣੀ। ਸਿਰਫ ਸਰੀਰਕ ਚੀਜ਼ਾਂ ਦੇ ਲਈ ਨਹੀਂ, ਕਿ ਕਹਿੰਦਾ ਮੇਰੇ ਦਰਸ਼ਨਾਂ ਦੀ ਚਾਹਵੰਦ ਹੋਵੇ, ਉਹਨਾਂ ਦੇ ਅੰਦਰ ਇੱਕ ਸਪਿਰਿਚੁਅਲ ਡਿਜ਼ਾਇਰ ਹੋਏ ਪਰਮੇਸ਼ਵਰ ਦੇ ਕਨੈਕਸ਼ਨ ਦੇ ਵਿੱਚ ਰਹਿਣ ਦੀ, ਪਰਮੇਸ਼ਵਰ ਦੇ ਆਤਮਾ ਦੀ ਆਵਾਜ਼ ਸੁਣਨ ਦੀ, ਪਰਮੇਸ਼ਵਰ ਦੇ ਦਰਸ਼ਨ ਦੇਖਣ ਦੀ, ਪਰਮੇਸ਼ਵਰ ਦੀ ਪ੍ਰੈਜ਼ੈਂਸ ਨੂੰ ਫੀਲ ਕਰਨ ਦੀ। ਤੇ ਕਹਿੰਦਾ ਫਿਰ ਆਪਣੇ ਭੈੜੇ ਰਾਹ ਤੋਂ ਮੁੜੇ, ਪਰਮੇਸ਼ਵਰ ਅੱਗੇ ਆਵੇ ਕਿਸ ਲਈ? ਕਿ ਜੇ ਮੇਰੇ ਅੰਦਰ ਪਾਪ ਰਹੇ ਫਿਰ ਪਰਮੇਸ਼ਵਰ ਨੇ ਮੇਰੇ ਨਾਲ ਗੱਲ ਨਹੀਂ ਕਰਨੀ, ਇਸ ਲਈ ਮੇਰੇ ਪਾਪ ਬਖਸ਼ੇ ਜਾਣ। ਜੇ ਮੇਰੇ ਅੰਦਰ ਪਾਪ ਰਹੇ ਮੈਂ ਸਵਰਗ ਨੂੰ ਨਹੀਂ ਜਾ ਸਕਦਾ, ਇਸ ਲਈ ਮੇਰੇ ਪਾਪ ਬਖਸ਼ੇ ਜਾਣ। ਜੇ ਮੇਰੇ ਅੰਦਰ ਪਾਪ ਹੋਏ ਪਾਕ ਰੂਹ ਨੇ ਮੇਰੀ ਅਗਵਾਈ ਨਹੀਂ ਕਰਨੀ, ਇਸ ਲਈ ਮੇਰੇ ਪਾਪ ਬਖਸ਼ੇ ਜਾਣ। ਔਰ ਕਹਿੰਦਾ ਫਿਰ ਆਪਣੇ ਭੈੜੇ ਰਾਹ ਤੋਂ ਮੁੜੇ। ਇਹ ਨਹੀਂ ਮਾਫੀ ਮੰਗ ਲਈ ਵੀ ਪ੍ਰਭੂ ਇਸ ਸਾਲ 'ਚ ਬਹੁਤ ਠੱਗੀਆਂ ਮਾਰੀਆਂ, ਮੈਨੂੰ ਮਾਫ ਕਰ ਦੇ, ਨਵੇਂ ਸਾਲ 'ਚ ਫੇਰ ਸ਼ੁਰੂ ਆ। ਇਸ ਸਾਲ ਦੇ ਵਿੱਚ ਮੈਂ ਬਹੁਤ ਚੁਗਲੀਆਂ ਕੀਤੀਆਂ, ਪ੍ਰਭੂ ਜੀ ਮੈਨੂੰ ਮਾਫ ਕਰ ਦਿਓ, ਅਗਲੇ ਸਾਲ ਨਵੇਂ ਸਾਲ ਵਾਲੇ ਦਿਨ ਹੀ ਫੇਰ ਉਹੀ ਕੰਮ, ਉਹੀ ਜੌਬ ਸ਼ੁਰੂ ਆ। ਕਹਿੰਦਾ ਉਹ ਭੈੜੇ ਰਾਹ ਤੋਂ ਮੁੜੇ, ਉਹ ਬੁਰਾਈ ਕਰਨੀ ਛੱਡੇ, ਜਿਹੜੀ ਕੀਤੀ ਆ ਉਹਦੀ ਮਾਫੀ ਮੰਗੇ, ਤੇ ਜਿਹੜੀ ਕਰ ਰਿਹਾ ਉਹਨੂੰ ਉਹ ਛੱਡ ਦੇਵੇ, ਜਿਹੜੀ ਚੀਜ਼ ਦੀ ਉਹ ਮਾਫੀ ਮੰਗ ਰਿਹਾ ਉਹਨੂੰ ਉਹ ਛੱਡੇ। ਕਹਿੰਦਾ ਮੈਂ ਸੁਰਗ ਚੋਂ ਸੁਣ ਕੇ ਉਹਨਾਂ ਦੇ ਪਾਪ
ਖਿਮਾ ਕਰਾਂਗਾ, ਕਹਿੰਦਾ ਮੈਂ ਮਾਫ ਕਰ ਦੂੰਗਾ। ਹੁਣ ਉਹਦੇ ਅੱਗੇ ਪਾਪ ਜਿਹੜੇ ਆ ਕੋਈ ਉਹਨੇ ਲਿਸਟ ਨਹੀਂ ਬਣਾਈ ਕਿ ਸਿਰਫ ਜਿਹੜਾ ਤੁਸੀਂ ਨਿਆਣਿਆਂ ਨੂੰ ਝੜਕਿਆ ਮੈਂ ਉਹੀ ਮਾਫ ਕਰੂੰਗਾ, ਜਾਂ ਘਰ ਵਾਲੀ ਦੀ ਲੜਾਈ ਮਾਫ ਕਰੂੰਗਾ, ਜਾਂ ਹੋਰ ਕੋਈ। ਵੀ ਕਈ ਲੋਕ ਇਹੋ ਜਿਹੇ ਆ ਜਿਨ੍ਹਾਂ ਨੇ ਆਪਣੇ ਆਦਮੀਆਂ ਨੂੰ ਛੱਡ ਕੇ ਗੈਰ ਆਦਮੀਆਂ ਨਾਲ ਸੰਬੰਧ ਬਣਾਏ ਆ, ਕਈਆਂ ਨੇ ਪਤਨੀਆਂ ਨੂੰ ਛੱਡ ਕੇ ਗੈਰ ਔਰਤਾਂ ਨਾਲ ਸੰਬੰਧ ਬਣਾਏ ਆ, ਕਈ ਲੋਕਾਂ ਦੀ ਨਜ਼ਰ ਵਿੱਚ ਕੁਆਰੇ ਆ ਪਰ ਉਹ ਵਿਆਹਾਂ ਤੋਂ ਵੀ ਲੰਘੇ ਹੋਏ ਆ। ਮੈਂ ਸਾਫ਼ ਤੁਹਾਨੂੰ ਦੱਸਦੀ ਆ, ਪਰਮੇਸ਼ਵਰ ਤੁਹਾਡੇ ਇਹੋ ਜਿਹੇ ਗੁਨਾਹਾਂ ਨੂੰ ਵੀ ਬਖਸ਼ ਦੇਣ ਦੇ ਲਈ ਤਿਆਰ ਆ। ਉਹਨੇ ਬੂਹੇ ਖੋਲੇ ਆ, ਕਹਿੰਦਾ ਮੇਰੇ ਅੱਗੇ ਆਓ, ਪਛਤਾਪ ਕਰੋ, ਕਹਿੰਦਾ ਮੈਂ ਸਵਰਗ ਤੋਂ ਸੁਣ ਕੇ ਤੁਹਾਡੇ ਗੁਨਾਹਾਂ ਨੂੰ ਖਿਮਾ ਕਰ ਦਿਆਂਗਾ। ਇਹ ਸੋਚ ਕੇ ਨਿਰੰਤਰ ਪਾਪ ਕਰਨ ਵਿੱਚ ਨਾ ਲੱਗੇ ਰਹੋ ਕਿ ਇਹ ਤਾਂ ਬਖਸ਼ੇ ਜਾਣ ਵਾਲਾ ਪਾਪ ਨਹੀਂ ਆ, ਤੇ ਕਤਲ ਇੱਕ ਕਰਨ ਦੀ ਸਜ਼ਾ ਵੀ ਮੌਤ ਆ, ਤੇ ਕਤਲ ਦੋ ਕਰਨ ਦੀ ਸਜ਼ਾ ਦੋ ਵਾਰੀ ਮੌਤ ਨਹੀਂ ਦਿੱਤੀ ਜਾ ਸਕਦੀ, ਮੌਤ ਤਾਂ ਇੱਕ ਹੀ ਆ। ਇਹ ਸੋਚ ਕੇ ਪਾਪ ਕਰਨ ਵਿੱਚ ਨਾ ਲੱਗੇ ਰਹੋ ਕਿ ਮੈਂ ਇੱਕ ਵਾਰੀ ਕੀਤਾ, ਇਹ ਬਖਸ਼ਿਆ ਨਹੀਂ ਜਾਣਾ, ਇਸ ਲਈ ਮੈਂ ਕਰੀ ਜਾਵਾਂ। ਤੁਹਾਡੇ ਸੋਚਣ ਨਾਲੋਂ ਵੱਧ ਜਿਹੜੇ ਪਾਪ ਆ ਪਰਮੇਸ਼ਵਰ ਇੱਕ ਪਲ ਵਿੱਚ ਬਖਸ਼ ਦੇਣ ਦੇ ਲਈ ਸਾਮਰਥੀ ਅਤੇ ਮਿਹਰਬਾਨ ਆ। ਹਾਲੇਲੂਇਆ। ਇਸ ਲਈ ਜਿੱਦਾਂ ਦੇ ਵੀ ਪਾਪ ਅੱਜ ਤੋਂ ਪਹਿਲਾਂ ਹੋ ਗਏ, ਚਾਹੇ ਉਹ ਪਤੀ ਤੋਂ ਚੋਰੀ ਸੀ, ਚਾਹੇ ਉਹ ਪਤਨੀ ਤੋਂ ਚੋਰੀ ਸੀ, ਚਾਹੇ ਉਹ ਮਾਤਾ ਪਿਤਾ ਤੋਂ ਚੋਰੀ ਸੀ, ਭੈਣਾਂ ਭਰਾਵਾਂ ਤੋਂ ਚੋਰੀ ਸੀ, ਆਂਢ ਗੁਆਂਢ ਤੋਂ ਚੋਰੀ ਸੀ, ਕਿਸੇ ਤੋਂ ਵੀ ਚੋਰੀ ਸੀ, ਪਰ ਅੱਜ ਤੋਂ ਪਹਿਲਾਂ ਜੋ ਹੋ ਗਿਆ ਪਰਮੇਸ਼ਵਰ ਦੇ ਅੱਗੇ ਉਹਨਾਂ ਸਾਰੇ ਗੁਨਾਹਾਂ ਦੀ ਮਾਫੀ ਮੰਗੋ। ਉਹ ਤੁਹਾਡੇ ਗੁਨਾਹਾਂ ਨੂੰ ਸਵਰਗ ਤੋਂ ਤੁਹਾਡੀਆਂ ਦੁਆਵਾਂ ਸੁਣ ਕੇ ਮਾਫ ਕਰਨਗੇ ਅਤੇ ਮੁੜ ਕੇ ਉਹਨਾਂ ਪਾਪਾਂ ਵਿੱਚ ਨਾ ਜਾਇਓ, ਦੁਬਾਰਾ ਉਹ ਪਾਪ ਨਾ ਕਰਿਓ। ਜਦੋਂ ਪ੍ਰਭੂ ਯਿਸੂ ਮਸੀਹ ਰੋਗੀਆਂ ਨੂੰ ਸ਼ਿਫਾ ਦਿੰਦੇ ਸੀਗੇ, ਪ੍ਰਭੂ ਯਿਸੂ ਜੀ ਕੀ ਕਹਿੰਦੇ ਸੀ? ਮੁੜ ਕੇ ਪਾਪ ਨਾ ਕਰੀ। ਇਹਦਾ ਮਤਲਬ ਸੀ ਉਹ ਬਿਮਾਰੀ ਪਾਪ ਦਾ ਕਰਕੇ ਆਈ ਸੀ। ਹਾਂਜੀ, ਕਈ ਵਾਰੀ ਕੁਛ ਬਿਮਾਰੀਆਂ ਹੈਗੀਆਂ ਜਿਹੜੀਆਂ ਬਿਨਾਂ ਪਾਪ ਦੇ ਵੀ ਆ ਜਾਂਦੀਆਂ ਆ। ਇੱਕ ਜਗ੍ਹਾ ਤੇ ਇਦਾਂ ਵੀ ਆ, ਉਹ ਪੁੱਛਦੇ ਆ, ਕਹਿੰਦੇ ਇਹ ਇਹਦੀ ਪਾਪ ਦਾ ਕਰਕੇ ਕਿ ਇਹਦੇ ਮਾਪਿਆਂ ਦਾ ਪਾਪ ਦਾ ਕਰਕੇ ਅੰਨਾ ਆ? ਤਾਂ ਪ੍ਰਭੂ ਯਿਸੂ ਮਸੀਹ ਕਹਿੰਦੇ ਇਹ ਪਰਮੇਸ਼ਵਰ ਦੀ ਮਹਿਮਾ ਕਰਨ ਦੇ ਲਈ ਅੰਨਾ ਆ, ਨਾ ਮਾਪਿਆਂ ਦਾ ਕਰਕੇ ਨਾ ਆਪਣੇ ਗੁਨਾਹਾਂ ਦਾ ਕਰਕੇ। ਕਈ ਵਾਰੀ ਪ੍ਰਭੂ ਮਿਰਕਲ ਕਰਨ ਦੇ ਲਈ, ਲੋਕਾਂ ਦੇ ਅੱਗੇ ਆਪਣੇ ਸਾਮਰਥ ਨੂੰ ਪ੍ਰਗਟ ਕਰਨ ਦੇ ਲਈ ਕਿ ਉਹ ਕਿੰਨਾ ਜ਼ੋਰਾਵਰ ਆ, ਉਹ ਕੁਝ ਚੀਜ਼ਾਂ ਨੂੰ ਉਹਨੇ ਰੋਕ ਕੇ ਰੱਖਿਆ ਹੁੰਦਾ ਆ। ਪਰ ਮੋਸਟਲੀ 95% ਗੁਨਾਹਾਂ ਦਾ ਕਰਕੇ, ਗਲਤੀਆਂ ਦਾ ਕਰਕੇ ਸਾਡੇ ਉੱਤੇ ਦੁੱਖ, ਬਿਪਤਾ, ਸੰਤਾਪ ਤੇ ਬੋਝ ਆਉਂਦੇ ਆ। ਇਸ ਲਈ ਅੱਜ ਤੌਬਾ ਕਰਨੀ ਆ, ਗੁਨਾਹਾਂ ਤੋਂ ਮੁੜਨਾ ਆ ਤੇ ਗੁਨਾਹ ਕਰਨੇ ਬੰਦ ਕਰਨੇ ਆ, ਤਾਂ ਜੋ ਪਰਮੇਸ਼ਵਰ ਸਾਨੂੰ ਬਖਸ਼ ਦੇਣ ਅਤੇ ਉਹਨਾਂ ਦੇ ਦੇਸ਼ ਨੂੰ ਬਹਾਲ ਕਰ ਦਿਆਂਗਾ। ਸਾਡੇ ਦੇਸ਼ ਉੱਤੇ ਕਿਰਪਾ ਹੋਊਗੀ ਜਿਸ ਜਗ੍ਹਾ ਤੇ ਅਸੀਂ ਰਹਿੰਦੇ ਆ, ਜਿਸ ਘਰ ਵਿੱਚ ਰਹਿੰਦੇ ਆ, ਜਿਸ ਬਿਜ਼ਨਸ ਨੂੰ ਅਸੀਂ ਕਰ ਰਹੇ ਆ, ਜਿਸ ਆਂਢ ਗੁਆਂਢ ਦੇ ਵਿੱਚ ਅਸੀਂ ਰਹਿੰਦੇ ਆ, ਜਿਸ ਕਲੀਸਿਆ ਦੇ ਵਿੱਚ ਅਸੀਂ ਰਹਿੰਦੇ ਆ, ਜਿਸ ਇਲਾਕੇ ਵਿੱਚ ਅਸੀਂ ਰਹਿੰਦੇ ਆ, ਉੱਥੇ ਪਰਮੇਸ਼ਵਰ ਦਾ ਅਨੁਗ੍ਰਹਿ ਹੋਊਗਾ, ਉੱਥੇ ਪਰਮੇਸ਼ਵਰ ਦੀ ਕਿਰਪਾ ਹੋਊਗੀ, ਉੱਥੇ ਪਰਮੇਸ਼ਵਰ ਦੀ ਰਹਿਮਤ ਹੋਊਗੀ। ਕਹਿੰਦਾ ਮੈਂ ਮਾਫ ਕਰ ਦੂੰਗਾ ਤੇ ਉਹਨਾਂ ਦੇ ਦੇਸ਼ ਨੂੰ ਬਹਾਲ ਕਰ ਦੂੰਗਾ। ਫਰਜ਼ ਰੱਖ ਲਓ ਤੁਸੀਂ ਜੌਬ ਲੈਣ ਦੇ ਲਈ ਗਏ, ਤੁਹਾਨੂੰ ਰਿਸ਼ਵਤ ਨਹੀਂ ਦੇਣੀ ਪਈ, ਤੁਹਾਨੂੰ ਲੀਗਲ ਤਰੀਕੇ ਦੇ ਨਾਲ ਨੌਕਰੀ ਮਿਲ ਗਈ, ਤੁਹਾਡੇ ਲਈ ਤਾਂ ਕਰਪਸ਼ਨ ਬੰਦ ਆ ਨਾ, ਤੁਹਾਡੇ ਲਈ ਤਾਂ ਰਿਸ਼ਵਤਖੋਰੀ ਖਤਮ ਹੋ ਗਈ ਕਿਉਂਕਿ ਤੁਹਾਨੂੰ ਰਿਸ਼ਵਤ ਨਹੀਂ ਦੇਣੀ ਪਈ। ਤੁਸੀਂ ਗਏ, ਤੁਹਾਨੂੰ ਤੁਹਾਡਾ ਨੰਬਰ, ਸਹੀ ਨੰਬਰ ਤੇ ਤੁਹਾਡੀ ਵਾਰੀ ਆ ਗਈ, ਜਿੱਥੇ ਵੀ ਤੁਸੀਂ ਕੰਮ ਕਰਨ ਲਈ ਗਏ ਤੁਹਾਡੇ ਲਈ ਤਾਂ ਉੱਥੇ ਸਾਰਾ ਸਿਸਟਮ ਸਹੀ ਚੱਲ ਰਿਹਾ ਕਿ ਜਿੰਨੇ ਨੰਬਰ ਤੇ ਗਏ ਉਹਨੇ ਨੰਬਰ ਤੇ ਤੁਹਾਡੀ ਵਾਰੀ ਆ ਗਈ। ਤੁਸੀਂ ਬਿਜ਼ਨਸ ਕਰ ਰਹੇ ਆ, ਤੁਹਾਡੇ EMPLOYE ਤੁਹਾਡੀ ਅਧੀਨਗੀ ਵਿੱਚ ਕੰਮ ਕਰ ਰਹੇ ਆ, ਉਹ ਵਫਾਦਾਰੀ ਨਾਲ ਪੂਰਾ ਕੰਮ ਕਰ ਰਹੇ ਆ, ਤੁਹਾਡੇ ਲਈ ਤਾਂ ਦੁਨੀਆ ਹੀ ਵਫਾਦਾਰ ਹੋ ਗਈ। ਤੁਹਾਡੇ ਨਿਆਣੇ ਤੁਹਾਡੀ ਆਗਿਆਕਾਰੀ ਵਿੱਚ ਰਹਿੰਦੇ ਆ, ਤੁਹਾਨੂੰ ਲੱਗਣਾ ਅੱਜ ਕੱਲ੍ਹ ਦੀ ਜਨਰੇਸ਼ਨ ਸੁਧਰ ਗਈ। ਤਾਂ ਪਰਮੇਸ਼ਵਰ ਸਾਡੇ ਦੇਸ਼ ਨੂੰ ਬਹਾਲ ਕਰਨਗੇ। ਉਹ ਚੀਜ਼ਾਂ ਜਿੱਥੇ ਅਸੀਂ ਜਾਂਦੇ ਆਉਂਦੇ ਆ, ਉਹ ਚੀਜ਼ਾਂ ਜਿਹੜੀਆਂ ਅਸੀਂ ਵਰਤਦੇ ਆ, ਉਹ ਲੋਕ ਜਿਹੜੇ ਸਾਡੇ ਨਾਲ ਰਹਿੰਦੇ ਆ, ਉਹ ਵਫਾਦਾਰ ਹੋਣਗੇ, ਉਹ ਇਮਾਨਦਾਰ ਹੋਣਗੇ, ਉਹ ਸਮਝਦਾਰ ਹੋਣਗੇ। ਕਦੋਂ? ਜਦੋਂ ਅਸੀਂ ਪਰਮੇਸ਼ਵਰ ਦੀ ਅਧੀਨਗੀ ਦੇ ਵਿੱਚ ਆ ਜਾਵਾਂਗੇ, ਜਦੋਂ ਅਸੀਂ ਪਰਮੇਸ਼ਵਰ ਦੇ ਅੱਗੇ ਰਿਪੈਂਟੈਂਸ ਦੇ ਵਿੱਚ ਆ ਜਾਵਾਂਗੇ, ਜਦੋਂ ਅਸੀਂ ਪਰਮੇਸ਼ਵਰ ਦੀ ਮਰਜ਼ੀ ਨੂੰ ਆਪਣੇ ਜੀਵਨ ਵਿੱਚ ਲੈਣ ਲੱਗ ਜਾਵਾਂਗੇ ਔਰ ਆਪਣੀਆਂ ਬੁਰਾਈਆਂ ਨੂੰ ਤੌਬਾ ਕਰਕੇ ਛੱਡ ਦਿਆਂਗੇ, ਉਦੋਂ ਸਾਡੇ ਲਈ ਸਾਡਾ ਆਲਾ ਦੁਆਲਾ ਪਰਮੇਸ਼ਵਰ
ਬਹਾਲ ਕਰ ਦੇਣਗੇ, ਕਿਰਪਾ ਕਰ ਦੇਣਗੇ। ਉਹ ਬਰਕਤਾਂ ਜਿਹੜੀਆਂ ਰੁਕੀਆਂ ਹੋਈਆਂ ਆ ਉਹ ਬਹਾਲ ਹੋ ਜਾਣਗੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਹਾਲੇਲੂਇਆ। ਸੋ ਅੱਜ ਦੀ ਮੈਸੇਜ ਇਹੀ ਆ ਕਿ ਰਿਪੈਂਟੈਂਸ ਦੇ ਵਿੱਚ ਆਓ, ਪਛਤਾਤਾਪ ਕਰੋ ਆਪਣੇ ਗੁਨਾਹਾਂ ਦਾ, ਤਾਂ ਜੋ ਆਉਣ ਵਾਲੇ ਸਾਲ ਦੇ ਵਿੱਚ ਤੁਹਾਡੀਆਂ ਬਰਕਤਾਂ ਬਹਾਲ ਹੋਣ, ਤੁਹਾਡੀ ਸਿਹਤ ਬਹਾਲ ਹੋਏ, ਤੁਹਾਡੀ ਫਾਈਨੈਂਸ ਬਹਾਲ ਹੋਏ, ਤੁਹਾਡੇ ਬਿਜ਼ਨਸ ਬਲੈਸ ਹੋਣ, ਤੁਹਾਡਾ ਮਾਲ ਡੰਗਰ ਬਲੈਸ ਹੋਏ, ਤੁਹਾਡੇ ਧੀਆਂ ਪੁੱਤਰ ਬਲੈਸ ਹੋਣ। ਤੁਸੀਂ ਚਾਹੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਆ, ਤੁਸੀਂ ਉੱਥੇ ਹੀ ਬਰਕਤਾਂ ਪਾਓ, ਤੰਦਰੁਸਤ ਰਹੋ, ਬਿਮਾਰੀਆਂ ਤੋਂ ਬਚੇ ਰਹੋ, ਬੰਧਨ ਟੁੱਟ ਜਾਣ ਜਿਹੜੇ ਤੁਹਾਡੀਆਂ ਚੀਜ਼ਾਂ ਦੇ ਦੁਆਲੇ ਲੱਗੇ ਹੋਏ ਆ। ਔਰ ਇਹ ਤੁਹਾਡੇ ਪਛਤਾਤਾਪ ਕਰਨ ਦੇ ਦੁਆਰਾ ਹੋਏਗਾ, ਇਹ ਤੁਹਾਡਾ ਮਨ ਫਿਰਾਉਣ ਦੇ ਦੁਆਰਾ ਹੋਏਗਾ, ਔਰ ਇਹ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਨਾਲ ਹੋਏਗਾ। ਇੱਥੇ ਹਰ ਐਤਵਾਰ ਤੇ ਹਰ ਵੀਰਵਾਰ ਪ੍ਰਾਰਥਨਾ ਹੁੰਦੀ ਹੈ। ਜੇਕਰ ਤੁਸੀਂ ਦੁਖੀ ਤੇ ਬਿਮਾਰ ਹੋ ਤੇ ਤੁਸੀਂ ਇੱਥੇ ਆ ਕੇ ਪ੍ਰਾਰਥਨਾ ਕਰਵਾ ਸਕਦੇ ਹੋ। ਦ ਓਪਨ ਡੋਰ ਚਰਚ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ, ਜੋ ਕਿ ਪਵਿੱਤਰ ਬਾਈਬਲ ਬੇਸਡ ਮਿਨਿਸਟਰੀ ਹੈ। ਸੇਵਕਾਈ ਨੂੰ ਸਹਿਯੋਗ ਕਰਨ ਲਈ ਆਪਣੇ ਦਾਨ, ਭੇਟਾਂ ਤੇ ਦਸਵੰਧ ਪ੍ਰਭੂ ਦੇ ਘਰ ਖੋਜੇਵਾਲ ਸੇਵਕਾਈ ਵਿੱਚ ਭੇਜੋ। ਤੁਸੀਂ ਆਪਣੀਆਂ ਦਾਨ ਰਾਸ਼ੀਆਂ ਸਾਨੂੰ ਆਨਲਾਈਨ ਇਸ ਪਤੇ ਤੇ ਭੇਜ ਸਕਦੇ ਹੋ, ਜਾਂ ਤੁਸੀਂ ਸਾਨੂੰ ਪੇਟੀਐਮ, ਫੋਨਪੇ ਤੇ ਗੂਗਲ ਪੇ ਵੀ ਕਰ ਸਕਦੇ ਹੋ। ਰੱਬ ਤੁਹਾਨੂੰ ਬਰਕਤ ਦੇ।